डेरा मुखी के पैरोकारां वालों RSS के कुछ नुमाइंदियां वालों गुरुद्वारा साहिब दे विच बलात्कारी राम रहीम की अरदास की गई है और गलत तरीके नाल अरदास की गई है। बीते दिन कुरुक्षेत्र दे विच कुछ RSS के जिहड़े कार्यकर्ता हैगे आ उन्हां दे वर्कर आ वो सिੱਖੀ ਦੇ ਜਿਹੜੇ ਬਾਣੀ ਦੇ ਵਿੱਚ ਆ ਕੇ ਸਿੱਖ ਕਕਾਰ ਪਹਿਨ ਕੇ ਗਲਤ ਮਲਤ ਸ਼ਬਦਾਵਲੀ ਵਰਤਦੇ ਆ। ਉਹਨਾਂ ਦੇ ਮੂੰਹ ਦੇ ਵਿੱਚ ਜਰਦਾ ਹੈ, ਉਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਕਿ ਤੰਬਾਕੂ ਆ ਜਿਹਨੂੰ ਜਗਤ ਜੂਠ ਸਿੱਖੀ ਸ਼ਬਦਾਂ 'ਚ ਕਿਹਾ ਜਾਂਦਾ। ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਕਿਉਂ ਚੱਲ ਰਹੀਆਂ ਨੇ? ਕੌਣ ਲੋਕ ਨੇ? ਕਿਸ ਏਜੰਡੇ ਤਹਿਤ ਇਹ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਮੈਂ ਕਹੂੰਗਾ ਜੇ ਸਿੱਖਾਂ ਦੀ ਚੌਧਰ ਹੈ ਜਾਂ ਸਿੱਖਾਂ ਦੀ ਸ਼ਾਨ ਹੈ ਤਾਂ ਉਹਨਾਂ ਦੇ ਧਰਮ ਦੇ ਕਰਕੇ। ਤੇ 1961 ਦੇ ਵਿੱਚ ਲੈ ਕੇ ਜਾਊਂਗੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਸ ਵਕਤ ਵੀ RSS ਨੇ ਪੰਜਾਬ 'ਚ ਕੀਤੀ ਸੀ। ਇਹਨਾਂ ਨੇ ਸਰੋਵਰਾਂ ਦੇ ਵਿੱਚ ਸਿਗਰਟਾਂ ਸੁੱਟੀਆਂ ਸੀ। ਇਹ ਨਹੀਂ ਬੋਲਦੇ, ਇਹਨਾਂ ਨੂੰ ਸਿਰਫ ਰਾਜ ਨਾਲ ਮਤਲਬ ਹੈ। ਇਹਨਾਂ ਨੂੰ ਸਾਡੀਆਂ ਵੋਟਾਂ ਨਾ ਜਾਣ, ਸਾਡੇ ਵੱਲੋਂ ਸਾਡੇ ਸਿੱਖ ਧਰਮ ਦਾ ਕਿੰਨਾ ਮਰਜ਼ੀ ਨੁਕਸਾਨ। ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਕਮੇਟੀ ਹੈ, ਸਰਵਉੱਚ ਅਦਾਲਤ ਹੈ ਸਿੱਖਾਂ ਦੀ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਇੱਕ ਹੁਕਮਨਾਮੇ ਤੋਂ ਬਾਅਦ ਸਿੱਖ ਜਿਹੜੇ ਸਿਰ ਤਲੀ ਤੇ ਰੱਖ ਲੈਂਦੇ ਆ, ਹੁਕਮਨਾਮਾ ਜਾਰੀ ਤੇ ਹੋਵੇ ਸਹੀ। ਪਰ ਅੱਜ ਕੁਰਕਸ਼ੇਤਰ 'ਚ ਹੋਇਆ ਕੋਈ ਫਰਕ ਨਹੀਂ। ਫਿਰੋਜ਼ਪੁਰ ਸਿੱਖਾਂ ਦੇ ਖਿਲਾਫ ਅਰਦਾਸ ਮੈਟਰ ਚੱਲਿਆ ਕੰਮ, ਕੋਈ ਚੱਕਰ ਨਹੀਂ, ਕਿਉਂਕਿ ਸਾਨੂੰ ਅੰਗਰੇਜ਼ਾਂ ਦੇ ਵਕਤ ਵੀ ਇਹ ਦਿਖਾਇਆ ਗਿਆ ਸੀ ਕਿ ਤੁਸੀਂ ਗੁਲਾਮ ਹੋ। ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ, ਛਤਰ ਫਿਰੇਗਾ ਸੀਸ ਪਰ ਬੜੀ ਕਰੇਗੀ ਮੌਜ। ਇਹ ਲਫ਼ਜ਼ ਹੁੰਦੇ ਸੀ ਉਸ ਵਕਤ ਅਰਦਾਸ ਦੇ। ਅਸੀਂ ਇਹਨਾਂ ਲੋਕਾਂ ਦੀ ਜ਼ੁਬਾਨ ਨਹੀਂ ਕੱਟ ਸਕੇ ਜਿਹੜੇ ਬੰਦੇ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਦੇਖੋ ਤੁਸੀਂ ਉਸ ਬੰਦੇ ਦੇ ਲਫ਼ਜ਼ ਕਹੇ ਹੋਏ, ਇਹਦਾ ਮਤਲਬ ਬੰਦੇ ਨੇ ਲਫ਼ਜ਼ ਨਹੀਂ ਬੋਲੇ, ਉਹਦੇ ਮਗਰ RSS ਤੇ ਹਕੂਮਤ ਬੋਲਦੀ ਸੀ ਉਦੋਂ। 295 ਧਾਰਾ ਬੜੀ ਮਸ਼ਹੂਰ ਹੈ ਜੀ, ਕਹਿੰਦੇ ਜੇ ਕੋਈ ਕਿਸੇ ਦੇ ਧਰਮ ਦੇ ਖਿਲਾਫ ਇੱਕ ਸ਼ਬਦ ਵੀ ਬੋਲ ਜਾਵੇ ਤੇ ਧਾਰਾ ਲੱਗਦੀ ਹੈ ਤੇ 90 ਦਿਨ ਜ਼ਮਾਨਤ ਨਹੀਂ ਹੁੰਦੀ। ਬਹੁਤ ਸਾਰੇ ਸਿੱਖ ਨੌਜਵਾਨਾਂ ਤੇ ਬਲਾਤਕਾਰੀ ਰਾਮ ਰਹੀਮ ਨੂੰ ਉਦੋਂ ਬਲਾਤਕਾਰੀ ਕਹਿਣ ਤੇ ਵੀ ਕੇਸ ਹੁੰਦੇ ਰਹੇ ਆ, ਉਹਨੂੰ ਢੋਂਗੀ ਕਹਿਣ ਤੇ ਪਖੰਡੀ ਕਹਿਣ ਤੇ ਹੁੰਦੇ ਰਹੇ। ਉਹਨਾਂ ਦੇ ਵਿੱਚ ਇਹ ਕਿਸ ਤਰ੍ਹਾਂ ਜਿਹੜੀ ਇਹ ਸ਼ੁਰੂਆਤ ਹੋਈ ਆ, ਉਹਨਾਂ ਨੇ ਜਿਹੜੀ ਪ੍ਰਾਚੀਨ ਪੰਥ ਪ੍ਰਕਾਸ਼ ਦਾ ਪਹਿਲਾ ਟੱਪਾ, ਅਰਦਾਸ ਦਾ ਪਹਿਲਾ ਪਹਿਰਾ, ਉਹਨੂੰ ਆਪਣੇ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ। ਔਰ ਉਹ ਤੋਂ ਪਹਿਲਾਂ ਗੁਰਬਾਣੀ ਦੀ ਪੰਕਤੀ ਬੜੀ ਹੈ, ਤੀਨੇ ਤਾਪ ਨਿਵਾਰ ਨਹਾਰਾ ਦੁੱਖ ਹੰਤਾ ਸੁਖਰਾਸ ਤਾਂ ਕੋ ਵਿਘਨ ਨਾ ਕੋਊ ਲੱਗਿਆ ਜਾ ਕੀ ਪ੍ਰਭ ਅਗੇ ਅਰਦਾਸ। ਸਿੱਖਾਂ ਦੀ ਬਾਣੀ ਨੂੰ ਆਪਣੇ ਤਰੀਕੇ ਨਾਲ ਤੋੜ ਮਰੋੜ ਕੇ ਇਹ ਕਿੱਡੀ ਵੱਡੀ ਸ਼ਰਾਰਤ ਆ। ਤਾਂ ਕੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ? ਸਿੱਖਾਂ ਦੇ ਖਿਲਾਫ ਤਾਂ ਬੜੀਆਂ ਹੋਣ। ਜੇ ਤੁਹਾਡੇ ਸਿਆਸਤਦਾਨ ਹਰੀ ਸਿੰਘ ਨਲੂਏ ਜਾਂ ਸ਼ੇਰੇ ਪੰਜਾਬ ਵਰਗੇ ਬਹਾਦਰ ਸੂਰਮੇ ਹੋਣ ਤਾਂ ਸਿੱਖਾਂ ਦੀ ਇੱਜ਼ਤ ਦੁਬਾਰਾ ਬਹਾਲ ਹੋ ਸਕਦੀ ਹੈ। ਜਿਹੜੇ ਬਠਿੰਡੇ ਅਰਦਾਸ ਦੇ ਮਾਮਲੇ ਦੇ ਵਿੱਚ ਮੈਂ ਪਰਚਾ ਦਰਜ ਕਰਾਇਆ ਸੀ, ਉਸ ਦੇ ਵਿੱਚ ਅੱਜ ਤੱਕ ਗਵਰਨਮੈਂਟ ਨੇ ਸੈਂਕਸ਼ਨ ਨਹੀਂ ਦਿੱਤੀ। ਕੀ ਗਵਰਨਮੈਂਟ ਦੀ ਡਿਊਟੀ ਨਹੀਂ ਬਣਦੀ? ਕੀ ਪੰਜਾਬ ਦਾ CM ਸਿੱਖ ਨਹੀਂ? ਕੀ ਪੰਜਾਬ ਦੇ ਮਿਨਿਸਟਰ ਸਿੱਖ ਨਹੀਂ? ਕੀ ਇਹ ਨਾਂ ਦੀਆਂ ਪੱਗਾਂ ਬੰਨੀ ਬੈਠੇ ਨੇ? ਸੋ ਮੇਰੇ ਦੇਖਣ ਦੇ ਵਿੱਚ ਮੈਂ RSS ਦਾ ਕਸੂਰ ਨਹੀਂ ਕੱਢਦਾ। ਸਭ ਤੋਂ ਵੱਡੇ ਸਾਡੇ ਜੇ ਵਿਕੇ ਨੇ ਤੇ ਸਾਡੇ ਸਿੱਖ ਲੀਡਰ ਮਾੜੇ ਨੇ। ਸਾਡੇ ਇੱਕ ਵੀ ਸਿੱਖ ਲੀਡਰ ਨੇ ਕੁਰਕਸ਼ੇਤਰ ਦਾ ਨਾਂ ਨਹੀਂ ਲਿਆ, ਇੱਕ ਸਿੱਖ ਲੀਡਰ ਨੇ ਫਿਰੋਜ਼ਪੁਰ ਦਾ ਨਾਂ ਨਹੀਂ ਲਿਆ, ਇੱਕ ਵੀ ਸਿੱਖ ਲੀਡਰ ਨੇ ਇੱਥੇ ਮੇਰੇ ਕੋਲ ਨਹੀਂ ਆਇਆ ਕਿ ਜੇ ਉੱਥੋਂ ਸੈਂਕਸ਼ਨ ਨਹੀਂ ਮਿਲੀ ਗਵਰਨਮੈਂਟ ਦੀ ਮੈਂ ਤੁਹਾਡੇ ਨਾਲ ਖੜਦਾ। ਕਾਰਨ ਕੀ ਹੈ? ਸਾਡੀ ਕਿਤੇ ਵੋਟ ਨਾ ਟੁੱਟ ਗਈ, ਸਾਡੀ ਕਿਤੇ ਵੋਟ ਨਾ ਟੁੱਟ ਗਈ। ਤੇ ਸਾਡੀ ਜਿਹੜੀ ਸੰਨ 47 ਦੀ ਗਲਤੀ ਸਿੱਖ ਲੀਡਰਾਂ ਨੇ ਕੀਤੀ ਹੈ ਅੱਜ ਅਸੀਂ ਭੁਗਤਦੇ ਪਏ। ਉਸੇ ਕਰਕੇ ਸਾਡੀ ਅੱਜ ਗੁਰੂ ਘਰ ਦੀ ਬੇਅਦਬੀ ਤੇ ਸਾਡੀਆਂ ਸਿੱਖਾਂ ਦੀਆਂ ਪੱਗਾਂ ਨੂੰ ਹੱਥ ਪਿਆ ਹੈ। ਕਾਰਨ ਕੀ ਹੈ? ਸਾਡੇ ਸਿੱਖ ਸਿਆਸਤਦਾਨ ਨੇ ਜਿਹੜੇ ਸਿਰਫ ਵੋਟਾਂ ਦੇ ਸੱਕੇ ਨੇ। ਮੈਂ ਕਹੂੰਗਾ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਇਹਨਾਂ ਬਾਰੇ। ਜਿਹੜਾ ਕਿ ਰਾਮ ਮੰਦਿਰ ਢਾਕੇ ਬਾਬਰੀ ਮਸਜਿਦ ਉਸਾਰੀ ਸੀ, ਇਹਨਾਂ ਨੇ ਕਾਨੂੰਨੀ ਕਾਰਵਾਈ ਕਰਾ ਕੇ ਵੀ ਔਰ ਆਪਣੀ ਕਾਰ ਸੇਵਾ ਤੋਂ ਢਵਾ ਕੇ ਅੱਜ ਉਹ ਰਾਮ ਮੰਦਿਰ ਸ਼ਰੇਆਮ ਬਣ ਰਿਹਾ। ਤੇ ਜਦੋਂ ਪੰਜਾਬ ਦੇ ਲੀਡਰਾਂ ਕੋਲ ਰਾਜ ਆਉਂਦਾ ਖਹਿਰਾ ਸਾਹਿਬ, ਇਹ ਕਿਉਂ ਨਹੀਂ ਬੋਲਦੇ? ਇਹ ਆਪਣੀ ਕੌਮ ਪ੍ਰਤੀ ਗੱਲਬਾਤ ਕਿਉਂ ਨਹੀਂ ਕਰਦੇ? ਐਸੀ ਕਿਹੜੀ ਜਿਹੜੀ ਇਹਨਾਂ ਨੂੰ ਡਰ ਆ? ਵੋਟ ਤਾਂ ਇਹਨਾਂ ਨੂੰ ਸਿੱਖਾਂ ਦੀ ਵੋਟ ਪੰਜਾਬ ਵਿੱਚ ਬਹੁਤ ਹੈ। ਦੇਖੋ ਜਦੋਂ ਬੇਅਦਬੀ ਵਾਲਾ ਹੋਇਆ ਮਸਲਾ ਤੇ ਕਾਂਗਰਸ ਬੇਅਦਬੀ ਮਸਲੇ ਦੇ ਤਾਂ ਜਿੱਤੀ ਹੈ ਸ਼ਰੇਆਮ। ਤੁਹਾਡੇ ਸ਼ਹਿਰ 'ਚ ਤਾਂ ਕੈਪਟਨ ਸਾਹਿਬ ਨੇ ਕਿਹਾ ਸੀ ਮੈਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਆਉਣਾ, ਤਾਂ ਦਮਦਮਾ ਸਾਹਿਬ ਵੱਲ ਹੱਥ ਕਰਕੇ ਵੀ ਮੈਨੂੰ ਵੋਟਾਂ ਪਾਓ, ਮੈਂ ਬੇਅਦਬੀ ਵਾਲੇ ਦੋਸ਼ੀਆਂ ਨੂੰ ਫੜ ਕੇ ਅੰਦਰ ਸੁੱਟੂੰਗਾ। ਲੋਕਾਂ ਨੇ ਵੋਟਾਂ ਪਾ ਦਿੱਤੀਆਂ। ਬੇਅਦਬੀ ਵਾਲੇ ਅਜੇ ਵੀ ਭੰਗੜੇ ਪਾਉਂਦੇ ਫਿਰਦੇ ਆ। ਜਿਨ੍ਹਾਂ ਨੂੰ ਤੁਸੀਂ ਪੱਗਾਂ ਵੇਖੀ ਬੈਠੇ ਇਹਨਾਂ ਦੇ ਜ਼ਮੀਰਾਂ ਹੀ ਜਿਹੜੀਆਂ ਨੇ ਲੋਕਾਂ ਦੀਆਂ। ਇੱਕ ਬੜਾ ਸ਼ਾਰਟ ਟ੍ਰੈਂਡ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਜਿਹਨੇ ਕਿਹਾ ਸੀ ਕਿ ਅਸੀਂ ਮਸੀਤ ਨਹੀਂ ਢਾਉਣੀ, ਸਾਡਾ ਅੱਲਾ ਨਾਲ ਕੋਈ ਵੈਰ ਨਹੀਂ। ਪਾਕਿਸਤਾਨ ਦੇ ਮੁਸਲਮਾਨ ਅੱਜ ਵੀ ਮੰਨਦੇ ਨੇ ਕਿ ਸ਼ੇਰੇ ਪੰਜਾਬ ਵਰਗਾ ਰਾਜ ਨਹੀਂ ਹੋ ਸਕਦਾ। ਅਸੀਂ ਸੋਚਦੇ ਹਾਂ ਕਿ ਸ਼ੇਰੇ ਪੰਜਾਬ ਦਾ ਰਾਜ ਇਹ ਸਿੱਖ ਕਰਨਗੇ, ਇਹ ਨਹੀਂ ਕਰ ਸਕਦੇ। ਇਹ ਤਾਂ ਆਪਦੇ ਧਰਮ ਦਾ ਜਲੂਸ ਕਢਾਉਣ ਵਾਲੇ। ਪੰਜਾਬ ਜਿਹੜਾ ਉਹ ਸਿੱਖੀ ਦੀ ਜਨਮ ਭੌਂ ਹੈ। ਬੇਸ਼ੱਕ ਪੰਜਾਬ ਨੂੰ ਸਿਆਸਤ ਨੇ ਦੋ ਹਿੱਸਿਆਂ 'ਚ ਪਹਿਲਾਂ ਹੀ ਵੰਡਿਆ ਹੋਇਆ ਹੈ, ਲਹਿੰਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ। ਤੇ ਜਿਹੜਾ ਬਚਿਆ ਖੁਚਿਆ ਪੰਜਾਬ ਆ ਉਹਨੂੰ ਹੁਣ ਵੀ ਸਿਆਸਤ ਜਿਹੜੀ ਹੈ ਕਈ ਤਰੀਕਿਆਂ ਦੇ ਨਾਲ ਜਿਹੜੇ ਪਾਪੀ ਲੋਕ ਹੈ ਉਹ ਵੰਡਣਾ ਚਾਹੁੰਦੇ ਆ, ਇਹਨੂੰ ਖਤਮ ਕਰਨਾ ਚਾਹੁੰਦੇ ਆ। ਪੰਜਾਬ ਦੀ ਪਛਾਣ ਜਿਹੜੀ ਹੈ, ਸਿੱਖੀ ਦੀ ਪਛਾਣ ਜਿਹੜੀ ਹੈ, ਉਹਨੂੰ ਖਤਮ ਕਰਨਾ ਚਾਹੁੰਦੇ ਆ। ਤਾਂ ਸਿੱਖਾਂ ਦੀ ਪਵਿੱਤਰ ਅਰਦਾਸ ਨੂੰ ਪਿਛਲੇ ਕੁਝ ਸਮਿਆਂ ਦੇ ਵਿੱਚ ਕਈ ਥਾਈਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਕਾਨੂੰਨ ਹੈ, ਕਾਨੂੰਨ ਕਹਿੰਦਾ ਵੀ ਜਿਹੜਾ ਕਿਸੇ ਦੇ ਧਰਮ ਦੇ ਖਿਲਾਫ
ਆਪ ਹੁਦਰੀ ਕਾਰਵਾਈ ਕਰੇ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ, ਉਨ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਾਡੇ ਨਾਲ ਕਾਨੂੰਨ ਦੇ ਮਾਹਿਰ ਹਰਪਾਲ ਸਿੰਘ ਖਾਰਾ ਮੌਜੂਦ ਹੈ, ਜਿਹੜੇ ਸਮੇਂ-ਸਮੇਂ 'ਤੇ ਅਜਿਹੇ ਧਾਰਮਿਕ ਦੇ ਖਿਲਾਫ ਗੱਲਾਂ ਬਾਤਾਂ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਤਰੀਕੇ ਦੇ ਨਾਲ ਟੁੰਬਦੇ ਰਹਿੰਦੇ ਆ। ਅਸੀਂ ਉਹਨਾਂ ਨਾਲ ਕੁਝ ਸਮਾਂ ਚਰਚਾ ਕਰਾਂਗੇ। ਸਵਾਗਤ ਹੈ ਖਾਰਾ ਸਾਹਿਬ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਅਰਦਾਸ ਦੀ ਗੱਲ ਕਰਦੇ ਹਾਂ ਜੀ। ਪਿਛਲੇ ਦਿਨੀ ਪੰਜਾਬ ਦੇ ਵਿੱਚ ਕੁਝ ਬਲਾਤਕਾਰੀ ਰਾਮ ਰਹੀਮ ਡੇਰਾ ਮੁਖੀ ਦੇ ਪੈਰੋਕਾਰਾਂ ਵੱਲੋਂ, RSS ਦੇ ਕੁਝ ਨੁਮਾਇੰਦਿਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਬਲਾਤਕਾਰੀ ਰਾਮ ਰਹੀਮ ਦੀ ਅਰਦਾਸ ਕੀਤੀ ਗਈ ਹੈ ਔਰ ਗਲਤ ਤਰੀਕੇ ਨਾਲ ਅਰਦਾਸ ਕੀਤੀ ਗਈ ਹੈ। ਬੀਤੇ ਦਿਨ ਕੁਰੂਕਸ਼ੇਤਰ ਦੇ ਵਿੱਚ ਕੁਝ RSS ਦੇ ਜਿਹੜੇ ਕਾਰਜਕਰਤਾ ਹੈਗੇ ਆ, ਉਹਨਾਂ ਦੇ ਵਰਕਰ ਆ, ਉਹ ਸਿੱਖੀ ਦੇ ਜਿਹੜੇ ਬਾਣੀ ਦੇ ਵਿੱਚ ਆ ਕੇ ਸਿੱਖ ਕਕਾਰ ਪਹਿਨ ਕੇ ਗਲਤ ਮਲਤ ਸ਼ਬਦਾਵਲੀ ਵਰਤਦੇ ਆ। ਉਹਨਾਂ ਦੇ ਮੂੰਹ ਦੇ ਵਿੱਚ ਜਰਦਾ ਹੈ, ਉਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਕਿ ਤੰਬਾਕੂ ਹੈ, ਜਿਹਨੂੰ ਜਗਤ ਜੂਠ ਸਿੱਖੀ ਸ਼ਬਦਾਂ 'ਚ ਕਿਹਾ ਜਾਂਦਾ। ਔਰ ਬੀਤੇ ਦਿਨੀ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਕਿ ਸੀਨੀਅਰ ਲੀਡਰ ਜਿਹੜੇ ਹੈਗੇ ਇੱਕ ਅਰਦਾਸ ਸ਼ਾਮਲ ਹੋ ਰਹੇ ਆ, ਇੱਕ ਧਾਰਮਿਕ ਸਥਾਨ 'ਤੇ ਸਿੱਖਾਂ ਦੀ ਅਰਦਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਹੈਗੀਆਂ। ਇਹ ਚੱਲ ਕੀ ਰਿਹਾ ਇੱਥੇ ਪੰਜਾਬ ਦੇ ਵਿੱਚ? ਅਜਿਹੀਆਂ ਘਟਨਾਵਾਂ ਕਿਉਂ ਚੱਲ ਰਹੀਆਂ ਨੇ? ਕੌਣ ਲੋਕ ਨੇ? ਕਿਸ ਏਜੰਡੇ ਤਹਿਤ ਇਹ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ, ਮੈਂ ਤੁਹਾਨੂੰ ਪਹਿਲੀ ਗੱਲ ਤਾਂ ਇਹ ਕਰੂੰਗਾ ਕਿ ਸਿੱਖ ਇੱਕ ਐਸੇ ਬੰਦੇ ਨੇ, ਇਨਸਾਨ ਨੇ, ਜਿਹੜੇ ਅੱਜ ਤੱਕ ਕਿਸੇ ਧਰਮ ਦੇ ਉਲਟ ਨਹੀਂ ਬੋਲਦੇ। ਨਾ ਉਹ ਮੁਸਲਮਾਨ ਦੇ ਉਲਟ ਬੋਲਦੇ ਨੇ, ਨਾ ਉਹਨਾਂ ਦੇ ਧਰਮ 'ਚ ਦਖਲਅੰਦਾਜ਼ੀ ਕਰਦੇ ਨੇ, ਨਾ ਹਿੰਦੂ ਦੇ ਕਰਦੇ ਨੇ, ਨਾ ਈਸਾਈਆਂ ਦੇ ਕਰਦੇ ਨੇ। ਪਰ ਜਦ ਸੰਨ 47 ਤੋਂ ਸ਼ੁਰੂ ਹੋ ਚੁੱਕਾ ਇਹ ਸਿਸਟਮ, ਸਿੱਖਾਂ ਨੂੰ ਹਮੇਸ਼ਾ ਪੰਜਾਬ ਦੇ ਅੰਦਰ ਤੇ ਇੰਡੀਆ ਦੇ ਅੰਦਰ RSS ਇਹ ਦਿਖਾ ਰਹੀ ਹੈ ਕਿ ਤੁਸੀਂ ਜਿਹੜੇ ਇੱਥੋਂ ਦੇ ਵਸਨੀਕ ਹੈ ਨਹੀਂ। ਜੇ ਇੱਥੇ ਤੁਸੀਂ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਵੇਂ ਅਸੀਂ ਕਰਾਂਗੇ ਤੁਸੀਂ ਉਵੇਂ ਰਹੋਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਿੱਖਾਂ ਦੀ, ਜੇ ਅੱਜ ਮੈਂ ਕਹੂੰਗਾ ਜੇ ਸਿੱਖਾਂ ਦੀ ਚੌਧਰ ਹੈ ਜਾਂ ਸਿੱਖਾਂ ਦੀ ਸ਼ਾਨ ਹੈ ਤਾਂ ਉਹਨਾਂ ਦੇ ਧਰਮ ਦੇ ਕਰਕੇ ਹੈ। ਇਹਨਾਂ ਦੇ ਧਰਮ ਨੂੰ ਇਸ ਹਿਸਾਬ 'ਤੇ ਅਸੀਂ ਇਹਨੂੰ ਅੱਗੇ ਲਿਆ ਕੇ ਆਈਏ ਕਿ ਲੋਕ ਕਹਿਣ ਕਿ ਇਹਦੇ 'ਚ ਕੁਛ ਵੀ ਨਹੀਂ। ਹੁਣ ਦੇਖੋ, ਪਹਿਲੋਂ ਅਰਦਾਸ ਦਾ ਮਾਮਲਾ ਬਠਿੰਡੇ ਆਇਆ, ਸੈਕੰਡ ਅਰਦਾਸ ਦਾ ਮਾਮਲਾ ਜਿਹੜਾ ਕੁਰੂਕਸ਼ੇਤਰ ਜਾ ਰਿਹਾ, ਉੱਥੇ ਜਿਹੜੇ RSS ਦੇ ਬੰਦਿਆਂ ਨੇ ਸਿੱਖਾਂ ਦੀਆਂ ਨਕਲਾਂ ਕੀਤੀਆਂ, ਕੋਈ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ। ਇੱਕ ਅਰਦਾਸ ਦਾ ਮਾਮਲਾ ਫਿਰੋਜ਼ਪੁਰ ਦਾ ਆ ਰਿਹਾ, ਜਿੱਥੇ ਸਿੱਖ ਲੀਡਰ ਵਿੱਚ ਖੜੇ ਨੇ ਤੇ ਸਿੱਖਾਂ ਦੀ ਅਰਦਾਸ ਦੀ ਨਕਲ ਹੋ ਰਹੀ ਹੈ। ਹੁਣ ਤੁਸੀਂ ਦੇਖੋ, ਸਿਰਫ ਕੱਲਾ ਸਿੱਖ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਕਾਰਨ ਕੀ ਹੈ? ਇਹੀ ਕਾਰਨ ਹੈ RSS ਚਾਹੁੰਦੀ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਜਿਤਾਇਆ ਜਾਵੇ, ਸਿੱਖਾਂ ਨੂੰ, ਕਿ ਤੁਹਾਡੀ ਜਿਹੜੀ 2 ਨੰਬਰ ਦੇ ਤੁਸੀਂ ਬੰਦੇ ਹੋ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਤੁਹਾਡੀ ਕੋਈ ਵੈਲਿਊ ਨਹੀਂ। ਇਹ ਗੱਲ ਅੱਜ ਦੀ ਨਹੀਂ। ਤੁਸੀਂ ਜੇ ਇਹਨੂੰ ਸੰਨ 48 ਤੋਂ ਬਾਅਦ ਲੈ ਕੇ ਜਾਓਗੇ ਤੇ 1961 ਦੇ ਵਿੱਚ ਲੈ ਕੇ ਜਾਓਗੇ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਸ ਵਕਤ ਵੀ RSS ਨੇ ਪੰਜਾਬ 'ਚ ਕੀਤੀ ਸੀ। ਇਹਨਾਂ ਨੇ ਸਰੋਵਰਾਂ ਦੇ ਵਿੱਚ ਸਿਗਰਟਾਂ ਸੁੱਟੀਆਂ ਸੀ, ਉਦੋਂ ਵੀ ਐਸੇ ਤਰ੍ਹਾਂ ਹੀ ਹੋਇਆ ਸੀ। ਪਰ ਸਾਡੇ ਸਿੱਖ ਸਿਆਸਤਦਾਨ ਉਦੋਂ ਵੀ ਨੀਵੀਂ ਪਾ ਕੇ ਖਲੋਤੇ ਸੀ ਤੇ ਅੱਜ ਵੀ ਨੀਵੀਂ ਪਾ ਕੇ ਇਹ ਖਲੋਤੇ ਹੋਏ ਨੇ। ਇਹ ਨਹੀਂ ਬੋਲਦੇ, ਇਹਨਾਂ ਨੂੰ ਸਿਰਫ ਰਾਜ ਨਾਲ ਮਤਲਬ ਹੈ। ਇਹਨਾਂ ਨੂੰ ਸਾਡੀਆਂ ਵੋਟਾਂ ਨਾ ਜਾਣ, ਸਾਡੇ ਵੱਲੋਂ ਸਾਡੇ ਸਿੱਖ ਧਰਮ ਦਾ ਕਿੰਨਾ ਮਰਜ਼ੀ ਨੁਕਸਾਨ ਹੋ ਜਾਏ। ਬਿਲਕੁਲ। ਤਾਂ ਸਿਆਸੀ ਲੋਕ ਜਿਹੜੇ ਆ, ਉਹਨਾਂ ਨੂੰ ਮਹਿਜ਼ ਸਿਆਸਤ ਦਿਸਦੀ ਹੈ, ਉਹਨਾਂ ਨੂੰ ਵੋਟਾਂ ਦਿਸਦੀਆਂ ਨੇ। ਤਾਂ ਖਾਰਾ ਸਾਹਿਬ, ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਕਮੇਟੀ ਹੈ, ਸਰਵਉੱਚ ਅਦਾਲਤ ਹੈ ਸਿੱਖਾਂ ਦੀ, ਸ਼੍ਰੀ ਅਕਾਲ ਤਖਤ ਸਾਹਿਬ, ਜਿਹਦੇ ਇੱਕ ਹੁਕਮਨਾਮੇ ਤੋਂ ਬਾਅਦ ਸਿੱਖ ਜਿਹੜੇ ਆ ਸਿਰ ਤਲੀ ਤੇ ਰੱਖ ਲੈਂਦੇ ਆ, ਹੁਕਮਨਾਮਾ ਜਾਰੀ ਤੇ ਹੋਵੇ ਸਹੀ। ਤਾਂ ਇਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੀ ਅਜੇ ਤੱਕ ਇਸ ਵੱਡੇ ਮਾਮਲੇ ਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਹੈਗਾ, ਕੋਈ ਆਦੇਸ਼ ਨਹੀਂ ਹੋਇਆ। ਤਾਂ ਇਹਦੇ ਪਿੱਛੇ ਕੀ ਇਹ ਵੱਡੀਆਂ ਸੰਸਥਾਵਾਂ ਵੀ ਕਿਤੇ ਨਾ ਕਿਤੇ ਸਿਆਸੀ ਪ੍ਰਭਾਵ ਹੇਠ ਅਸੀਂ ਸਪਸ਼ਟ ਤੌਰ ਤੇ ਕਹਿ ਸਕਦੇ ਹਾਂ? ਜਿਸ ਤਰ੍ਹਾਂ ਬਠਿੰਡੇ ਦੇ ਵਿੱਚ ਅਰਦਾਸ ਹੋਈ ਸੀ, ਬਲਾਤਕਾਰੀ ਰਾਮ ਰਹੀਮ ਦੀ ਅਰਦਾਸ ਸੀ, ਉਹਦੇ 'ਚ ਤੁਸੀਂ ਦੁਨਿਆਵੀ ਜਿਹੜੀਆਂ ਭਾਰਤੀ ਅਦਾਲਤਾਂ ਹੈਗੀਆਂ, ਉਹਦੇ ਆਸਰੇ ਉਹਨਾਂ ਲੋਕਾਂ ਨੂੰ ਕਟਹਿਰੇ 'ਚ ਖੜਾ ਕੀਤਾ। ਤਾਂ ਉਹਨਾਂ ਨੂੰ ਸਪੋਰਟ ਕੌਣ ਕਰ ਰਿਹਾ? ਕਿ ਸਿੱਧੇ ਤਰੀਕੇ ਨਾਲ RSS ਕਰ ਰਹੀ ਹੈ ਜਾਂ ਕੁਝ ਹੋਰ ਪੰਜਾਬ ਦੇ ਲੀਡਰ ਵੀ ਕਰ ਰਹੇ? ਕੌਣ ਕਰ ਰਿਹਾ? ਦੇਖੋ, ਉਹਦੇ ਵਿੱਚ ਸ਼ਰੇਆਮ RSS ਹੈ, ਭਾਜਪਾ ਹੈ। ਇਹ ਕਿਸੇ ਤੋਂ ਲੁਕੀ ਨਹੀਂ ਹੋਈ, ਕਿਸੇ ਤੋਂ ਕੋਈ ਗੱਲ ਛਿਪੀ ਨਹੀਂ। ਦੇਖੋ, ਅੱਜ ਤੀਕਰ ਕੁਰੂਕਸ਼ੇਤਰ ਦੇ ਵਿੱਚ 2 ਦਿਨ ਹੋ ਗਏ ਇਸ ਮੈਟਰ ਨੂੰ, ਅੱਜ ਤੀਕਰ ਉਹਨਾਂ ਮੁਲਜ਼ਮਾਂ ਦੀ ਕੋਈ ਕਾਰਵਾਈ ਨਹੀਂ ਹੋਈ। ਕਿਤੇ ਪੰਜਾਬ ਦੇ ਅੰਦਰ ਇਹੋ ਜਿਹੀ ਘਟਨਾ ਹੋ ਜਾਂਦੀ ਸੀ ਤਾਂ ਲੋਕਾਂ ਨੂੰ, ਸਿੱਖਾਂ ਨੂੰ ਅੱਗ ਲੱਗ ਜਾਂਦੀ ਹੁੰਦੀ ਕਿ ਸਾਡੇ ਉਲਟੇ ਗੱਲ ਹੋਈ ਹੈ। ਪਰ ਅੱਜ ਕੁਰੂਕਸ਼ੇਤਰ 'ਚ ਹੋਇਆ, ਕੋਈ ਫਰਕ ਨਹੀਂ। ਫਿਰੋਜ਼ਪੁਰ ਸਿੱਖਾਂ ਦੇ ਖਿਲਾਫ ਅਰਦਾਸ ਮੈਟਰ 'ਚ ਚੱਲਿਆ ਕੰਮ, ਕੋਈ ਚੱਕਰ ਨਹੀਂ, ਕਿਉਂਕਿ ਸਾਨੂੰ ਅੰਗਰੇਜ਼ਾਂ ਦੇ ਵਕਤ ਵੀ ਇਹ ਦਿਖਾਇਆ ਗਿਆ ਸੀ ਕਿ ਤੁਸੀਂ ਗੁਲਾਮ ਹੋ। ਅੰਗਰੇਜ਼ਾਂ ਤੋਂ ਪਹਿਲਾਂ ਸਾਡੀ ਇੱਕ ਕਹਿੰਦੇ ਨੇ ਅਰਦਾਸ ਹੁੰਦੀ ਸੀ, ਜਿਸ ਵਿੱਚ ਕਿਹਾ ਸੀ ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ, ਛਤਰ ਫਿਰੇਗਾ ਸੀਸ ਪਰ ਬੜੀ ਕਰੇਗੀ ਮੌਜ। ਇਹ ਲਫ਼ਜ਼ ਹੁੰਦੇ ਸੀ ਉਸ ਵਕਤ ਅਰਦਾਸ ਦੇ। ਤਾਂ ਅੰਗਰੇਜ਼ਾਂ ਨੇ ਕਿਹਾ ਸੀ ਕਿ ਇਸ ਗੱਲ ਨੂੰ ਕੱਟਿਆ ਜਾਵੇ, ਕਿਉਂਕਿ ਜੇ ਸਿੱਖ ਅਰਦਾਸ ਕਰਨਗੇ ਤਾਂ ਇਹਨਾਂ ਦੀ ਰਾਜ ਕਰਨ ਦੀ ਇੱਛਾ ਪੈਦਾ ਹੋਵੇਗੀ। ਤਾਂ ਉਹਨਾਂ ਨੇ ਗੁਲਾਮੀ ਸਾਨੂੰ ਦਿਖਾਉਣ ਦੇ ਲਈ ਇਹ ਲੈਣਾ ਸਾਡੀਆਂ ਕੱਟ ਦਿੱਤੀਆਂ ਸੀ। ਤਾਂ ਉਸ ਤੋਂ ਬਾਅਦ
ਫਿਰ ਜਦੋਂ ਇੰਡੀਆ ਦੇ ਵਿੱਚ 1985 7 ਦਸੰਬਰ 1985 ਨੂੰ ਇੱਕ ਪ੍ਰੈਸ ਰਿਪੋਰਟਰ ਸੀ ਦਿੱਲੀ ਦੇ ਵਿੱਚ, ਉਹਨੇ ਆਪਦੇ ਇੱਕ ਲੇਖ ਦੇ ਵਿੱਚ ਲਿਖਿਆ ਸੀ ਕਿ ਮੇਰਾ ਜੀ ਕਰਦਾ ਹੈ ਕਿ ਇਹੋ ਜਿਹੇ ਆਦਮੀਆਂ ਦੀਆਂ ਧੌਣਾਂ ਲਾਹ ਦਿਆਂ। ਧੌਣਾਂ ਤਾਂ ਕੀ ਲਾਉਣੀਆਂ ਨੇ, ਅਸੀਂ ਇਹਨਾਂ ਲੋਕਾਂ ਦੀ ਜ਼ੁਬਾਨ ਨਹੀਂ ਕੱਟ ਸਕੇ ਜਿਹੜੇ ਬੰਦੇ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਦੇਖੋ ਤੁਸੀਂ ਉਸ ਬੰਦੇ ਦੇ ਲਫ਼ਜ਼ ਕਹੇ ਹੋਏ, ਇਹਦਾ ਮਤਲਬ ਬੰਦੇ ਨੇ ਲਫ਼ਜ਼ ਨਹੀਂ ਬੋਲੇ, ਉਹਦੇ ਮਗਰ RSS ਤੇ ਹਕੂਮਤ ਬੋਲਦੀ ਸੀ। ਉਦੋਂ ਤੁਹਾਡੇ ਖਿਲਾਫ ਹਕੂਮਤ ਹੈ, ਤੁਹਾਡੇ ਖਿਲਾਫ RSS ਹੈ। ਉਦੋਂ ਇੱਕ ਬੰਦੇ ਦੀ ਜੁਰਤ ਹੋ ਸਕਦੀ ਹੈ ਜਿਹੜਾ ਬੰਦਾ ਇੱਕ ਕੌਮ ਨੂੰ ਕਹੇ ਕਿ ਇਹਨਾਂ ਦੀ ਜੀਭ ਕੱਟ ਦੇਣੀ ਚਾਹੀਦੀ ਹੈ, ਜਿਹੜੀ ਕੌਮ ਕਹਿੰਦੀ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਸੋ ਇਸ ਕਰਕੇ ਸਾਨੂੰ ਅੱਜ ਤੱਕ ਇਹ ਦਿਖਾ ਰਹੇ ਨੇ ਕਿ ਤੁਸੀਂ ਗੁਲਾਮ ਹੋ। ਅਸੀਂ ਨਹੀਂ ਕਹਿੰਦੇ ਸੀ ਇਹਨਾਂ ਨੂੰ ਮਾੜਾ ਚੰਦਰਾ ਮਾੜਾ ਬੋਲਿਆ ਸੀ ਅੱਜ ਤੱਕ, ਪਰ ਇਹਨਾਂ ਨੇ RSS ਨੇ ਅੱਜ ਤੱਕ ਸਾਡੇ ਅਗੇਂਸਟ ਚੱਲੇ ਨੇ, ਸਾਡੇ ਧਰਮ ਦੇ ਖਿਲਾਫ ਚੱਲੇ ਨੇ, ਤੇ ਸਾਨੂੰ ਇਹ ਖੁਦ ਕਹਿੰਦੇ ਨੇ ਕਿ ਤੁਸੀਂ ਪਾਸੇ ਹੋ ਜਾਓ, ਹੁਣ ਅੱਡ ਹੋ ਜਾਓ ਸਾਡੇ। ਤਾਂ ਸਪਸ਼ਟ ਹੁੰਦੀ ਖਹਿਰਾ ਸਾਹਿਬ, ਭਾਰਤ 'ਚ ਲੋਕਤੰਤਰ ਹੈ, ਅਦਾਲਤ ਹੈ, ਵਕੀਲ ਹੋ ਤੁਸੀਂ, ਇੱਥੇ ਦਲੀਲਾਂ ਚੱਲਦੀਆਂ, ਕਹਿੰਦੇ ਵੀ ਅਦਾਲਤਾਂ ਬੜਾ ਸੋਹਣਾ ਫੈਸਲਾ ਕਰਦੀਆਂ, ਭਾਰਤੀ ਕਾਨੂੰਨ ਹੈ ਜੀ। ਤਾਂ 295 ਧਾਰਾ ਬੜੀ ਮਸ਼ਹੂਰ ਹੈ ਜੀ, ਕਹਿੰਦੇ ਜੇ ਕੋਈ ਕਿਸੇ ਦੇ ਧਰਮ ਦੇ ਖਿਲਾਫ ਇੱਕ ਸ਼ਬਦ ਵੀ ਬੋਲ ਜਾਵੇ ਤੇ ਧਾਰਾ ਲੱਗਦੀ ਹੈ ਤੇ 90 ਦਿਨ ਜ਼ਮਾਨਤ ਨਹੀਂ ਹੁੰਦੀ। ਬਹੁਤ ਸਾਰੇ ਸਿੱਖ ਨੌਜਵਾਨਾਂ ਤੇ ਬਲਾਤਕਾਰੀ ਰਾਮ ਰਹੀਮ ਨੂੰ ਉਦੋਂ ਬਲਾਤਕਾਰੀ ਕਹਿਣ 'ਤੇ ਵੀ ਕੇਸ ਹੁੰਦੇ ਰਹੇ ਆ, ਉਹਨੂੰ ਢੋਂਗੀ ਕਹਿਣ 'ਤੇ ਪਖੰਡੀ ਕਹਿਣ 'ਤੇ ਹੁੰਦੇ ਰਹੇ, ਬਲਕਿ ਉਹ ਪਖੰਡੀ ਵੀ ਹੈ, ਢੋਂਗੀ ਵੀ ਹੈ, ਬਲਾਤਕਾਰੀ ਵੀ ਹੈ। ਇਹ ਭਾਰਤੀ ਅਦਾਲਤਾਂ ਨੇ ਆਖਰ ਨੂੰ ਸਿੱਧ ਕੀਤਾ ਜਦੋਂ ਬੜਾ ਵੱਡਾ ਮਸਲਾ ਹੋ ਗਿਆ CBI ਨੇ। ਤਾਂ ਇੰਚ ਅਰਦਾਸ ਜਿਹੜੀ ਉਹ ਸਿੱਖਾਂ ਦੀ ਅਰਦਾਸ ਸ਼ਬਦ ਹੀ ਸਿੱਖ ਇਤਿਹਾਸ ਦੇ ਵਿੱਚੋਂ ਹੈ, ਸਿੱਖ ਵਿਰਾਸਤ ਦੇ ਵਿੱਚੋਂ ਹੈ। ਜਿਹੜੀ ਅਰਦਾਸ ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼ ਦਾ ਜਿਹੜਾ ਪਹਿਲਾ ਟੱਪਾ ਅਰਦਾਸ ਦਾ ਜਿਹੜਾ ਪ੍ਰਿਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਇਓ ਪੰਥ ਪ੍ਰਕਾਸ਼ ਚੋਂ ਲਿਆ ਗਿਆ, ਉਹਦੀ ਨਕਲ ਕਰਕੇ ਫਿਰੋਜ਼ਪੁਰ ਦੇ ਵਿੱਚ ਇੱਕ ਹਿੰਦੂ ਧਾਰਮਿਕ ਅਸਥਾਨ ਦੀ ਜਿਹੜੀ ਹੈ ਕੋਈ ਪ੍ਰੋਗਰਾਮ ਚੱਲ ਰਿਹਾ, ਉਹਦੇ 'ਤੇ ਰਾਣਾ ਸੋਢੀ ਕਾਂਗਰਸੀ ਲੀਡਰ ਵੀ ਮੌਜੂਦ ਆ। ਤਾਂ ਉਹਨਾਂ ਦੇ ਵਿੱਚ ਇਹ ਕਿਸ ਤਰ੍ਹਾਂ ਜਿਹੜੀ ਇਹ ਸ਼ੁਰੂਆਤ ਹੋਈ ਆ, ਉਹਨਾਂ ਨੇ ਜਿਹੜੀ ਪ੍ਰਾਚੀਨ ਪੰਥ ਪ੍ਰਕਾਸ਼ ਦਾ ਪਹਿਲਾ ਟੱਪਾ ਅਰਦਾਸ ਦਾ ਪਹਿਲਾ ਪਹਿਰਾ ਉਹਨੂੰ ਆਪਣੇ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ। ਔਰ ਉਹ ਤੋਂ ਪਹਿਲਾਂ ਗੁਰਬਾਣੀ ਦੀ ਪੰਕਤੀ ਬੜੀ ਹੈ, ਤੀਨੇ ਤਾਪ ਨਿਵਾਰ ਨਹਾਰਾ ਦੁੱਖ ਹੰਤਾ ਸੁਖਰਾਸ, ਤਾਂ ਕੋ ਵਿਘਨ ਨਾ ਕੋ ਲੱਗਿਆ ਜਾ ਕੀ ਪ੍ਰਭ ਅਗੇ ਅਰਦਾਸ। ਸਿੱਖਾਂ ਦੀ ਬਾਣੀ ਨੂੰ ਆਪਣੇ ਤਰੀਕੇ ਨਾਲ ਤੋੜ ਮਰੋੜ ਕੇ ਇਹ ਕਿੱਡੀ ਵੱਡੀ ਸ਼ਰਾਰਤ ਆ। ਤਾਂ ਕੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ? ਸਿੱਖਾਂ ਦੇ ਖਿਲਾਫ ਤਾਂ ਬੜੀਆਂ ਹੁੰਦੀਆਂ। ਤੁਹਾਨੂੰ ਮੈਂ ਸਿੱਧੀ ਗੱਲ, ਸਾਰਾ ਕੁਝ ਹੋ ਸਕਦਾ ਜੇ ਤੁਹਾਡੇ ਲੀਡਰ ਚੰਗੇ ਹੋਣ। ਤਾਂ ਜੇ ਤੁਹਾਡੇ ਸਿਆਸਤਦਾਨ ਹਰੀ ਸਿੰਘ ਨਲੂਏ ਜਾਂ ਸ਼ੇਰੇ ਪੰਜਾਬ ਵਰਗੇ ਬਹਾਦਰ ਸੂਰਮੇ ਹੋਣ ਤਾਂ ਸਿੱਖਾਂ ਦੀ ਇੱਜ਼ਤ ਦੁਬਾਰਾ ਬਹਾਲ ਹੋ ਸਕਦੀ ਹੈ। ਜੇ ਇਹੋ ਜਿਹੇ ਲੀਡਰ ਹੋਣਗੇ, ਅਖੌਤੀ ਲੀਡਰ ਹੋਣਗੇ, ਤਾਂ ਮੇਰੇ ਦੇਖੇ ਸਾਡਾ ਇਹਦਾ ਰਿਜ਼ਲਟ ਮਾੜਾ ਆਵੇਗਾ। ਰਾਮਪੁਰੇ ਫੂਲ 3-4 ਸਾਲ ਪਹਿਲਾਂ ਇਹੀ ਅਰਦਾਸ ਇਸੇ ਤਰ੍ਹਾਂ ਉੱਥੇ ਸਾਡੀ ਬੇਦਬੀ ਹੋਈ ਸੀ। ਕੀ ਐਕਸ਼ਨ ਲੈ ਲਿਆ ਕਿਸੇ ਨੇ? ਕੋਈ ਐਕਸ਼ਨ ਨਹੀਂ। ਜਿਹੜੇ ਬਠਿੰਡੇ ਅਰਦਾਸ ਦੇ ਮਾਮਲੇ ਦੇ ਵਿੱਚ ਮੈਂ ਪਰਚਾ ਦਰਜ ਕਰਾਇਆ ਸੀ, ਉਸ ਦੇ ਵਿੱਚ ਅੱਜ ਤੱਕ ਗਵਰਨਮੈਂਟ ਨੇ ਸੈਂਕਸ਼ਨ ਨਹੀਂ ਦਿੱਤੀ। ਚਲਾਨ ਪੇਸ਼ ਹੋ ਚੁੱਕਾ ਹੈ, ਆਈਓ ਹਰ ਵਾਰ ਜਾਂਦਾ ਹੈ। ਕੀ ਤੁਸੀਂ ਦੱਸੋ ਇਹ ਪੰਜਾਬ ਸਰਕਾਰ ਹੈ? ਕੀ ਇਹਨਾਂ ਨੂੰ ਸੈਂਕਸ਼ਨ ਦੇਣੀ ਨਹੀਂ ਚਾਹੀਦੀ? ਇੱਕ ਸਿੱਖ ਧਰਮ ਦੇ ਖਿਲਾਫ ਐਡੀ ਵੱਡੀ ਸਾਜ਼ਿਸ਼ ਹੈ ਕਿ ਗਵਰਨਮੈਂਟ ਨੂੰ ਸ਼ਰਮ ਨਹੀਂ ਆਉਂਦੀ ਇਸ ਕੰਮ ਦੇ ਵਿੱਚ? ਕਿ ਗਵਰਨਮੈਂਟ ਦੀ ਡਿਊਟੀ ਨਹੀਂ ਬਣਦੀ? ਕੀ ਪੰਜਾਬ ਦਾ CM ਸਿੱਖ ਨਹੀਂ? ਕੀ ਪੰਜਾਬ ਦੇ ਮਿਨਿਸਟਰ ਸਿੱਖ ਨਹੀਂ? ਕੀ ਇਹ ਨਾਂ ਦੀਆਂ ਪੱਗਾਂ ਬੰਨੀ ਬੈਠੇ ਨੇ? ਸੋ ਮੇਰੇ ਦੇਖਣ 'ਚ ਇਹੋ ਜਿਹੇ ਬੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਯਾਰ ਹੋਵੇ ਪੰਜਾਬ ਦੀ ਧਰਤੀ ਤੇ ਉੱਠ ਕੇ ਇਹ ਬੰਦੇ ਸਾਡੀ ਅਰਦਾਸ ਦਾ ਮਜ਼ਾਕ ਉਡਾਉਣ। ਕਿ ਇਹ ਕਿਤੇ ਜੀ ਕਰੇ ਰਾਮਪੁਰੇ ਮਜ਼ਾਕ ਉਡਾਉਣ, ਕਿਤੇ ਜੀ ਕਰੇ ਫਿਰੋਜ਼ਪੁਰ ਉਡਾਉਣ। ਇਹੋ ਜਿਹੇ ਰਾਜ ਤੋਂ ਕੀ ਲੈਣਗੇ ਬੰਦੇ ਲੋਕ ਯਾਰੇ। ਸੋ ਮੇਰੇ ਦੇਖਣ ਦੇ ਵਿੱਚ ਮੈਂ RSS ਦਾ ਕਸੂਰ ਨਹੀਂ ਕੱਢਦਾ, ਸਭ ਤੋਂ ਵੱਡੇ ਸਾਡੇ ਜੇ ਵਿਕੇ ਨੇ ਤੇ ਸਾਡੇ ਸਿੱਖ ਲੀਡਰ ਮਾੜੇ ਨੇ ਸਾਡੇ ਸਾਰੇ। ਬਿਲਕੁਲ, ਤਾਂ ਲੀਡਰ ਮਾੜੇ ਆ, ਆਗੂ ਹੀ ਨਹੀਂ ਕੌਮ ਆ। ਬਹੁਤ ਸਾਰੇ ਜਿਹੜੇ ਪੰਥ ਪ੍ਰਸਤ ਲੋਕ ਕਹਿੰਦੇ ਵੀ ਸਾਡੀ ਕੌਮ ਆਗੂ ਹੀ ਨਹੀਂ ਹੈ। ਲੋਕ ਕਦੇ ਪਿੱਛੇ ਨਹੀਂ ਹਟੇ, ਲੋਕ ਤਾਂ ਸਿਰ ਤਲੀ ਤੇ ਰੱਖ ਕੇ ਆਉਂਦੇ ਆ, ਚਾਹੇ ਉਹ 90-95 ਸਾਲ ਤੱਕ ਦੀ ਸੰਗਤ ਹੋਵੇ, ਚਾਹੇ 6 ਮਹੀਨਿਆਂ ਦੇ ਬੱਚੇ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਭਾਰਤੀ ਅਦਾਲਤ ਵੱਲੋਂ, ਭਾਰਤੀ ਫੌਜ ਵੱਲੋਂ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ 84 ਹਮਲੇ ਸਮੇਂ, ਤਾਂ ਦੂਜੇ ਦਰਜੇ ਦੇ ਸ਼ਹਿਰੀ ਸਿੱਖਾਂ ਨੂੰ ਸਮਝਿਆ ਜਾਂਦਾ। ਪਿਛਲੇ ਲਗਭਗ 3 ਸਾਲਾਂ ਦੇ ਵਿੱਚ RSS ਆਗੂ ਮੋਹਨ ਭਾਗਵਤ, ਮੋਦੀ ਔਰ ਇਹਨਾਂ ਦੇ ਬਹੁਤ ਸਾਰੇ ਆਗੂ ਸਪਸ਼ਟ ਇਹ ਬਿਆਨਬਾਜ਼ੀ ਕਰ ਚੁੱਕੇ ਵੀ ਭਾਰਤ 'ਚ ਪੈਦਾ ਹੋਣ ਵਾਲਾ ਹਰ ਸ਼ਖਸ, ਹਰ ਨਾਗਰਿਕ ਹਿੰਦੂ ਆ, ਭਾਰਤ ਜਿਹੜਾ ਹਿੰਦੂਆਂ ਦਾ ਮੁਲਕ ਆ। ਤਾਂ ਇਹ ਕਿਹੜੀ ਪਛਾਣ ਆ? ਭਾਰਤੀ ਸੰਵਿਧਾਨ ਦੇ ਵਿੱਚ ਤੁਸੀਂ ਵਕੀਲ ਹੋ, ਤੁਸੀਂ ਦੱਸ ਦਿਓ ਕੋਈ ਹਿੰਦੁਸਤਾਨ ਸ਼ਬਦ ਹੈਗਾ ਜਿਹੜਾ ਸੰਵਿਧਾਨ ਅੰਬੇਦਕਰ ਨੇ ਲਿਖਿਆ ਜਾਂ ਉੱਥੇ ਭਾਰਤ ਆ? ਤਾਂ ਇਹ ਖੁਦ ਸੰਵਿਧਾਨ ਦੀ ਉਲੰਘਣਾ ਕਰ ਰਹੇ ਆ। ਸਰ, ਜਦੋਂ ਪਹਿਲੋਂ ਜਵਾਹਰ ਲਾਲ ਨਹਿਰੂ ਆਇਆ ਉਦੋਂ ਵੀ ਉਹਨੂੰ ਸਿੱਖਾਂ ਨਾਲ ਨਫ਼ਰਤ ਸੀ। ਜਦੋਂ ਪੰਜਾਬੀ ਸੂਬਾ ਬਣਦਾ ਹੈ ਤਾਂ ਉਹ ਸਭ ਤੋਂ ਬੜਾ ਸਿੱਖਾਂ ਦੇ ਉਲਟ ਬਿਆਨ ਦਿੰਦਾ ਉਹ ਆਦਮੀ। ਸਿੱਖ ਸਿਆਸਤਦਾਨ ਉਦੋਂ ਬਲਦੇਵ ਸਿੰਘ ਸੀ, ਜਿਹਨੂੰ ਮਹਾਤਮਾ ਗਾਂਧੀ ਹਰੀ ਕਹਿੰਦੇ ਹੁੰਦੇ ਸੀ। ਉਹ ਤਾਂ ਸਾਡੀ ਜਾ ਕੇ ਉੱਥੇ ਚੁਗਲੀ ਕਰਦਾ ਸੀ ਉਹਨਾਂ ਕੋਲ, ਤੇ ਉਸ ਬਲਦੇਵ ਸਿੰਘ ਨੂੰ ਲਿਖਿਆ ਹੋਇਆ ਵਿੱਚ ਉਹਨੂੰ ਬੇਬੀ ਬਲਦੇਵ ਸਿੰਘ ਬੋਲਦੇ ਹੁੰਦੇ ਸੀ ਇਹ ਲੋਕ, ਨਹਿਰੂ ਤੇ ਇਹ ਜਿਹੜਾ ਸੀ ਆਪਣੇ ਗਾਂਧੀ। ਜਦ ਕਿ ਉਹ ਬੰਦਾ
ਸਾਡਾ ਬੇੜਾ ਗਰਕ ਕਰਨ ਵਾਲਾ ਸੀ, ਪਰ ਉਧਰੋਂ ਮਜ਼ਾਕ ਕਰਾਉਂਦਾ ਸੀ ਆਪਦਾ। ਸੈਕੰਡ, ਜਦੋਂ ਮਹਾਤਮਾ ਗਾਂਧੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਲਟ ਵੀ ਬੋਲਦਾ 1948 ਚ ਆ ਕੇ, ਪਰ ਸਾਡੇ ਸਿੱਖ ਸਿਆਸਤਦਾਨ ਨੇ 1947 ਤੋਂ ਬਾਅਦ ਨੀਵੀਆਂ ਪਾਈਆਂ ਨੇ, ਚਾਹੇ ਉਹ ਕਾਂਗਰਸ ਸੀ ਚਾਹੇ ਉਹ ਅਕਾਲੀ ਸੀ। 1966-67 ਚ ਅਕਾਲੀ ਆਉਂਦੇ ਨੇ ਤਾਂ ਉਹਨਾਂ ਨੇ ਵੀ ਜੱਜ ਕੇ ਸਾਡਾ ਜਲੂਸ ਕੱਢਿਆ ਸੀ, ਤੇ ਕਾਂਗਰਸ ਸੀ ਜਿਹੜੀ ਉਹ ਵੀ ਸਾਡੇ ਅਗੇਂਸਟ ਸੀ। ਸੋ ਭੀਮ ਸੈਨ ਸੱਚਰ ਆਇਆ, ਉਹਨੇ 1955 ਚ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ। ਤੁਸੀਂ ਮੈਨੂੰ ਦੱਸੋ ਅੱਜ ਤੱਕਰ ਇੰਡੀਆ ਦੇ ਵਿੱਚ ਕਿਸੇ ਧਰਮ ਦੇ ਉੱਪਰ ਇਸ ਤਰ੍ਹਾਂ ਹਮਲੇ ਹੋਏ ਨੇ ਜਿਵੇਂ ਸਿੱਖਾਂ ਤੇ ਹੋਏ ਨੇ? ਅਜੇ ਤਾਂ ਤੁਹਾਨੂੰ ਮੈਂ ਕਹਿੰਦਾ ਤੁਸੀਂ ਫੇਰ ਵੀ ਕਰਮਾਂ ਵਾਲੇ ਪੰਜਾਬ 'ਚ ਇਕੱਠੇ ਬੈਠੇ ਹੋ। ਅਗਰ ਜੇ ਕਿਤੇ ਪੰਜਾਬ 'ਚ ਅਸੀਂ ਆ ਥੋੜ੍ਹੇ ਬਹੁਤ ਇਕੱਠੇ ਨਾ ਹੁੰਦੇ ਤਾਂ ਮੇਰੇ ਦੇਖਣ 'ਚ ਸਾਨੂੰ ਇਹਨਾਂ ਨੇ ਕੁੱਟ-ਕੁੱਟ ਕੇ ਮਾਰਨਾ ਕਰਨਾ ਸੀ ਰੋਜ਼ ਇਹਨਾਂ ਨੇ। ਸੋ ਮੈਂ ਕਹੂੰਗਾ ਸਿੱਖ ਲੀਡਰਾਂ ਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ ਯਾਰ ਆਪਦੇ ਸਾਡੇ ਲਈ ਨਾ ਖੜੋ, ਆਪਦੇ ਧਰਮ ਲਈ ਤਾਂ ਖੜੋ ਜੋ ਯਾਰ। ਅੱਜ ਤੁਹਾਡੀ ਥਾਂ ਥਾਂ ਤੇ ਨਕਲ ਰਹਿੰਦੀ। ਤੁਸੀਂ ਇੱਕ ਵੀ ਸਿੱਖ ਲੀਡਰ ਨੇ ਕੁਰਕਸ਼ੇਤਰ ਦਾ ਨਾਂ ਨਹੀਂ ਲਿਆ, ਇੱਕ ਸਿੱਖ ਲੀਡਰ ਨੇ ਫਿਰੋਜ਼ਪੁਰ ਦਾ ਨਾਂ ਨਹੀਂ ਲਿਆ, ਇੱਕ ਵੀ ਸਿੱਖ ਲੀਡਰ ਨੇ ਇੱਥੇ ਮੇਰੇ ਕੋਲ ਨਹੀਂ ਆਇਆ ਕਿ ਜੇ ਉੱਥੋਂ ਸੈਂਕਸ਼ਨ ਨਹੀਂ ਮਿਲੀ ਗਵਰਨਮੈਂਟ ਦੀ ਮੈਂ ਤੁਹਾਡੇ ਨਾਲ ਖੜਦਾ। ਕਾਰਨ ਕੀ ਹੈ? ਸਾਡੀ ਕਿਤੇ ਵੋਟ ਨਾ ਟੁੱਟ ਜੇ। ਸੋ ਮੈਂ ਕਹੂੰਗਾ ਸਾਡਾ ਇੰਡੀਆ ਦੇ ਵਿੱਚ ਸਾਡਾ ਪੂਰੀ ਰਿਸਪੈਕਟ ਹੋ ਸਕਦੀ ਸੀ ਜੇ ਸਾਡੇ ਸਿੱਖ ਲੀਡਰ ਚੰਗੇ ਹੁੰਦੇ। ਤਾਂ ਸਾਡੀ ਤਾਂ ਮੇਰੇ ਦੇਖਣ ਜਿਨ੍ਹਾਂ ਨੂੰ ਅੱਤਵਾਦੀ ਤੇ ਖਾੜਕੂਵਾਦ ਕਹਿੰਦੇ ਨੇ, ਸਾਡੇ ਤੋਂ ਉਹਨਾਂ ਕਰਕੇ ਇੱਜ਼ਤ ਸੀ। ਪਹਿਲਾਂ ਸਾਡਾ ਮਾੜਾ ਜਿਹਾ ਪੰਜਾਬ ਸਾਡੀ ਰਿਸਪੈਕਟ ਸੀ, ਤੇ ਮੁੜ ਕੇ ਸਾਨੂੰ ਸਾਡਾ ਤਾਂ ਬੁਰਾ ਹਾਲ ਹੈ ਕਿ ਜਿੰਦਾ ਜੀ ਕਰਦਾ ਸਾਡੀ ਪੱਗ ਨੂੰ ਹੱਥ ਪਾ ਲੈਂਦਾ, ਜਿੰਦਾ ਜੀ ਕਰਦਾ ਅਰਦਾਸ ਦੇ ਉਲਟ ਬੋਲਦਾ, ਜਿੰਦਾ ਜੀ ਕਰਦਾ ਗੁਰਬਾਣੀ ਤੋੜ ਮਰੋੜ ਕੇ ਪੇਸ਼ ਕਰਦਾ, ਪਰ ਸਾਡਾ ਅਸੀਂ ਕੁਝ ਨਹੀਂ ਕਰ ਸਕਦੇ। ਸਾਨੂੰ ਦਿਖਾ ਦਿੱਤਾ ਕਿ ਤੁਸੀਂ ਇੱਥੋਂ ਦੇ ਵਸਨੀਕ ਹੀ ਹੈ। ਬਿਲਕੁਲ। ਤਾਂ ਖਾਰਾ ਸਾਹਿਬ, ਜਦੋਂ ਕਈ ਵਾਰੀ ਅਜਿਹੀਆਂ ਘਟਨਾ ਘਟਦੀਆਂ ਨੇ ਤਾਂ ਲੋਕ ਭਾਵਨਾਤਮਕ ਤੌਰ ਤੇ ਉੱਤੇ ਜਿਹੜਾ ਜਿੱਦਾਂ ਨੌਜਵਾਨ ਬਹੁਤ ਪਿਆਰ ਕਰਦੇ, ਹਰ ਇੱਕ ਨੌਜਵਾਨ ਨੂੰ ਆਪਣਾ ਕੌਮ ਪਿਆਰਾ, ਧਰਮ ਪਿਆਰਾ, ਉਹ ਧਰਮ ਨੂੰ ਇੰਨਾ ਪਿਆਰ ਕਰਦੇ ਵੀ ਜਾਨ ਤੱਕ ਵਾਰ ਦਿੰਦੇ ਆ। ਤਾਂ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ, ਜਿਸ ਤਰ੍ਹਾਂ ਉਹ ਕਵੱਦੀ ਦੇ ਵਿੱਚ ਬੇਅਦਬੀ ਇੱਕ ਔਰਤ ਨੇ ਕੀਤੀ 2 ਸਿੱਖ ਨੌਜਵਾਨਾਂ ਦੇ ਉੱਤੇ, ਜਿਹੜਾ ਕਿ ਉਹਨੂੰ ਕਤਲ ਕਰਨ ਦਾ ਦੋਸ਼ ਆ, ਉਹਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਨੌਜਵਾਨ ਨੂੰ ਹੋਈ ਆ। ਤਾਂ ਇਹਨਾਂ ਕੇਸਾਂ ਦੇ ਵਿੱਚ ਇਹ 3-4 ਘਟਨਾਵਾਂ ਘਟ ਗਈਆਂ। ਇਹਨਾਂ ਦੋਸ਼ੀਆਂ ਨੂੰ, ਇਹਨਾਂ ਮੁਲਜ਼ਮਾਂ ਨੂੰ ਅਜੇ ਤੱਕ ਕਿਸੇ ਸਿੱਖ ਵੱਲੋਂ ਕੋਈ ਵਾਅਦਾ ਨਹੀਂ ਕੀਤਾ, ਜਿਹਨੂੰ ਆਂਦੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਲੋਕ ਚਾਹੁੰਦੇ ਵੀ ਕਾਨੂੰਨ ਦਾ ਸਹਾਰਾ ਲੈ ਕੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਤਾਂ ਕਾਨੂੰਨ ਇੱਥੇ ਆਪਣੀ ਕਿੰਨੀ ਕੁ ਵੱਡੀ ਜ਼ਿੰਮੇਵਾਰੀ ਨਿਭਾ ਰਿਹਾ ਹੈ? ਦੇਖੋ ਮੇਰੀ ਗੱਲ ਸੁਣੋ, ਸਭ ਤੋਂ ਵੱਧ ਮੈਂ ਕਹੂੰਗਾ ਜੇ ਡੈਮੋਕ੍ਰੇਸੀ ਨੂੰ ਸਹੀ ਅਡਾਪਟ ਕੀਤਾ ਤਾਂ ਸਿੱਖਾਂ ਨੇ ਕੀਤਾ। ਜਿਨ੍ਹਾਂ ਦੇ ਵਿੱਚ ਸਨ 47 ਤੋਂ ਬਾਅਦ ਇੰਨੀ ਉਹਨਾਂ ਦੇ ਨਾਲ ਤਸ਼ੱਦਦ, ਉਹਨੂੰ 2 ਨੰਬਰ ਦਾ ਗਿਣਨਾ, ਉਹਨਾਂ ਨੂੰ ਨਫ਼ਰਤ ਕਰਨੀ, ਚੜਾਉਣਾ। ਉਹ ਕਾਰਨ ਕਿ ਚੜਾਉਂਦੇ ਕਿਉਂ ਨੇ ਕਿ ਇਹ ਬੋਲਣ ਤੇ ਅਸੀਂ ਗੋਲੀ ਮਾਰਨ ਵਾਲੇ ਬਣ ਗਏ। ਮੈਂ ਕਹੂੰਗਾ ਸਭ ਤੋਂ ਡੈਮੋਕ੍ਰੈਟਿਕ ਜੇ ਅੱਜ ਮੈਂ ਕਹੂੰਗਾ ਜੇ ਕੌਮ ਹੈ ਤਾਂ ਉਹ ਜਿਹੜੇ ਸਿੱਖ। ਤੇ ਜੇ ਮੈਂ ਕਹੂੰਗਾ ਤੁਸੀਂ ਜਸਟਿਸ ਦੀ ਗੱਲ ਕਰਦੇ ਹੋ ਤਾਂ ਸਾਨੂੰ ਸਨ 83 ਦੇ ਵਿੱਚ ਵੀ ਜਸਟਿਸ ਸਿਖਾ ਦਿੱਤਾ ਗਿਆ ਸੀ। ਸਾਨੂੰ ਸਨ 78 ਦੇ ਵਿੱਚ ਵੀ ਦੱਸ ਦਿੱਤਾ ਗਿਆ ਸੀ ਕਿ ਤੁਹਾਡੀ ਕੀ ਵੈਲਿਊ ਇੰਡੀਆ ਦੇ ਵਿੱਚ। ਜਦੋਂ 13 ਬੰਦੇ ਮਾਰ ਦਿੱਤੇ ਜਾਣ ਤੇ ਬੰਦੇ ਬਰੀ ਹੋ ਜਾਣ ਤੇ ਉਹਨਾਂ ਦੇ ਖਿਲਾਫ ਫਰਦਰ ਅਪੀਲ ਨਾ ਪਵੇ। 1983 ਦੀ ਏਸ਼ੀਅਨ ਗੇਮ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਸਿੱਖ ਮਾਰ ਦਿੱਤੇ ਜਾਣ ਤੇ ਕੋਈ ਇੰਡੀਆ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਨਾ ਹੋਵੇ। ਉਸ ਤੋਂ ਬਾਅਦ ਜੇ ਅਸੀਂ ਬਰਗਾੜੀ ਤਾਂ ਬਾਈਬਲ ਕਲਾਂ 'ਚ ਆ ਜਾਂਦੇ ਹਾਂ, ਅੱਜ ਤੱਕ 6 ਸਾਲ ਹੋ ਗਏ ਕਾਰਵਾਈ ਨਾ ਹੋਵੇ। ਸੋ ਕਿਤੇ ਨਾ ਕਿਤੇ ਸਾਨੂੰ ਇਹ ਚੜਾ ਰਹੇ ਨੇ, ਸਾਨੂੰ ਇਹ ਦੱਸਦੇ ਨੇ ਕਿ ਤੁਹਾਡੀ ਇਸ 'ਤੇ ਔਕਾਤ ਕੋਈ ਨਹੀਂ। ਤੇ ਸਾਡੀ ਜਿਹੜੀ ਸਨ 47 ਦੀ ਗਲਤੀ ਸਿੱਖ ਲੀਡਰਾਂ ਨੇ ਕੀਤੀ ਹੈ, ਅੱਜ ਅਸੀਂ ਭੁਗਤਦੇ ਪਏ ਹਾਂ। ਉਸੇ ਕਰਕੇ ਸਾਡੀ ਅੱਜ ਗੁਰੂ ਘਰ ਦੀ ਬੇਅਦਬੀ ਤੇ ਸਾਡੀਆਂ ਸਿੱਖਾਂ ਦੀਆਂ ਪੱਗਾਂ ਨੂੰ ਹੱਥ ਪਿਆ ਹੈ। ਕਾਰਨ ਕੀ ਆ? ਸਾਡੇ ਸਿੱਖ ਸਿਆਸਤਦਾਨ ਨੇ ਜਿਹੜੇ ਸਿਰਫ ਵੋਟਾਂ ਦੇ ਸੱਕੇ ਨੇ। ਮੈਂ ਕਹੂੰਗਾ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਇਹਨਾਂ ਬੰਦੇ। ਜਿਹੜਾ ਮੋਦੀ ਹੈ, ਮੋਦੀਇਜ਼ਮ ਜਿਹਨੂੰ ਆਂਦੇ ਆ, ਇਹ ਕਹਿੰਦੇ ਵੀ ਹਰ ਮੋਦੀ ਆ, ਅਸਲ 'ਚ ਇਹ ਮਨਮਾਨੀਆਂ ਕਰਦੇ ਆ। ਉਹ ਕਾਨੂੰਨ ਦੀ ਹੈਲਪ ਵੀ ਲੈਂਦੇ ਆ, ਪੁਲਿਸ ਦੀ ਵੀ ਲੈਂਦੇ ਆ, ਪ੍ਰਸ਼ਾਸਨ ਦੀ ਲੈਂਦੇ ਆ, ਆਪਣੀਆਂ ਜਿੰਨੀਆਂ ਏਜੰਸੀਆਂ ਲਟਰਮ ਪਟਰਮ ਤਾਮਾ ਝਾਮਾ ਸਭ ਕੁਝ ਦੀ ਹੈਲਪ ਲੈ ਕੇ ਤਾਕਤ ਦੇ ਨਾਲ ਆਪਣੀਆਂ ਜਿਹੜੀਆਂ ਮਨਾਈਆਂ ਕਰਦੇ ਆ। ਤਾਂ ਸਿੱਖਾਂ ਦੇ ਆਗੂਆਂ ਕੋਲ ਜਦੋਂ ਰਾਜ ਆਇਆ, ਇਹ ਆਪਣੀ ਕੌਮ ਦਾ ਕੀ ਸੋਚਦੇ? ਉਹਨਾਂ ਕੋਲ ਰਾਜ ਆਇਆ ਬਾਬਰੀ ਮਸਜਿਦ, ਜਿਹੜੀ ਬਾਬਰ ਦੇ ਰਾਜ ਦੇ ਸਮੇਂ ਉਹਨੇ ਆਪਣਾ ਧੱਕਾ ਕਰਕੇ ਉਹ ਜਿਹੜਾ ਕਿ ਰਾਮ ਮੰਦਿਰ ਢਾਹ ਕੇ ਬਾਬਰੀ ਮਸਜਿਦ ਉਸਾਰੀ ਸੀ। ਇਹਨਾਂ ਨੇ ਕਾਨੂੰਨੀ ਕਾਰਵਾਈ ਕਰਾ ਕੇ ਵੀ ਔਰ ਆਪਣੀ ਕਾਰ ਸੇਵਾ ਤੋਂ ਢਵਾ ਕੇ ਅੱਜ ਉਹ ਰਾਮ ਮੰਦਿਰ ਸ਼ਰੇਆਮ ਬਣ ਰਿਹਾ। ਤੇ ਜਦੋਂ ਪੰਜਾਬ ਦੇ ਲੀਡਰਾਂ ਕੋਲ ਰਾਜ ਆਉਂਦਾ, ਖਹਿਰਾ ਸਾਹਿਬ ਇਹ ਕਿਉਂ ਨਹੀਂ ਬੋਲਦੇ? ਇਹ ਆਪਣੀ ਕੌਮ ਪ੍ਰਤੀ ਗੱਲਬਾਤ ਕਿਉਂ ਨਹੀਂ ਕਰਦੇ? ਐਸੀ ਕਿਹੜੀ ਜਿਹੜੀ ਇਹਨਾਂ ਨੂੰ ਡਰ ਆ? ਵੋਟ ਤਾਂ ਇਹਨਾਂ ਨੂੰ ਸਿੱਖਾਂ ਦੀ ਵੋਟ ਪੰਜਾਬ ਵਿੱਚ ਬਹੁਤ ਹੈ। ਦੇਖੋ ਜਦੋਂ ਬੇਅਦਬੀ ਵਾਲਾ ਹੋਇਆ ਮਸਲਾ ਤੇ ਕਾਂਗਰਸ ਬੇਅਦਬੀ ਮਸਲੇ ਤੇ ਤਾਂ ਜਿੱਤੀ ਹੈ ਸ਼ਰੇਆਮ। ਤੁਹਾਡੇ ਸ਼ਹਿਰ 'ਚ ਤਾਂ ਕੈਪਟਨ ਸਾਹਿਬ ਨੇ ਕਿਹਾ ਸੀ ਮੈਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਆਉਣਾ, ਤਾਂ ਦਮਦਮਾ ਸਾਹਿਬ ਵੱਲ ਹੱਥ ਕਰਕੇ ਵੀ ਮੈਨੂੰ ਵੋਟਾਂ ਪਾਓ, ਮੈਂ ਬੇਅਦਬੀ ਵਾਲੇ ਦੋਸ਼ੀਆਂ ਨੂੰ ਫੜ ਕੇ ਅੰਦਰ ਸੁੱਟੂੰਗਾ। ਲੋਕਾਂ ਨੇ ਵੋਟਾਂ ਪਾਤੀਆਂ, ਬੇਅਦਬੀ ਵਾਲੇ ਅਜੇ ਵੀ ਭੰਗੜੇ ਪਾਉਂਦੇ ਫਿਰਦੇ ਆ। ਦੇਖੋ ਇਹ ਸਿੱਖ ਰਾਜ ਹੋ ਹੀ ਨਹੀਂ ਸਕਦਾ। ਜਿਨ੍ਹਾਂ ਨੂੰ ਤੁਸੀਂ ਮੈਂ ਕਹਿ ਕੇ ਜਿਹੜਾ ਜਿਨ੍ਹਾਂ ਨੂੰ ਤੁਸੀਂ ਪੱਗਾਂ ਵੇਖੀ ਬੈਠੇ, ਇਹਨਾਂ ਦੇ ਜ਼ਮੀਰਾਂ ਹੀ ਜਿਹੜੀਆਂ ਨੇ ਲੋਕਾਂ ਦੀਆਂ। ਸਾਡਾ ਸਿੱਖਾਂ ਦਾ ਰਾਜ 2 ਵਾਰ ਆਇਆ ਸੀ। ਇੱਕ ਬੜਾ ਸ਼ਾਰਟ ਟਾਈਮ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਜਿਹਨੇ ਕਿਹਾ ਸੀ ਕਿ ਅਸੀਂ ਮਸੀਤ ਨਹੀਂ ਢਾਉਣੀ, ਸਾਡਾ ਅੱਲਾ ਨਾਲ ਕੋਈ ਵੈਰ ਨਹੀਂ। ਸਾਡੇ ਸੀ ਉਹ ਸਿੱਖ ਜਿਨ੍ਹਾਂ ਨੇ ਕਿਸੇ ਧਰਮ ਤੇ ਹੱਥ ਨਹੀਂ ਚੁੱਕਿਆ, ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ, ਕਿਸੇ ਮੰਦਰ ਨੂੰ ਨਹੀਂ ਢਾਇਆ, ਕਿਸੇ ਮਸਜਿਦ ਨੂੰ ਨਹੀਂ ਢਾਇਆ। ਅਸੀਂ ਦੂਜਾ ਸਾਡਾ ਰਾਜ ਹੈ ਸ਼ੇਰੇ ਪੰਜਾਬ ਦਾ,
ਜਿੰਦੇ ਤਹਿਤ ਉਹਨੇ ਦੱਸ ਦਿੱਤਾ ਸੀ ਸਾਡਾ ਕਿਸੇ ਨਾਲ ਵੈਰ ਨਹੀਂ। ਉਹਨੇ 50 ਸਾਲ ਰਾਜ ਕੀਤਾ ਸੀ ਤੇ ਉਹਦਾ ਇਹੀ ਮੈਸੇਜ ਗਿਆ ਸੀ ਕਿ ਸਿੱਖਾਂ ਵਰਗੀ ਉੱਚ ਕੋਟੀ ਕੋਈ ਚੀਜ਼ ਨਹੀਂ ਹੋ ਸਕਦੀ, ਕਿਉਂਕਿ ਪਾਕਿਸਤਾਨ ਦੇ ਮੁਸਲਮਾਨ ਅੱਜ ਵੀ ਮੰਨਦੇ ਨੇ ਕਿ ਸ਼ੇਰੇ ਪੰਜਾਬ ਵਰਗਾ ਰਾਜ ਨਹੀਂ ਹੋ ਸਕਦਾ। ਅਸੀਂ ਸੋਚਦੇ ਹਾਂ ਕਿ ਸ਼ੇਰੇ ਪੰਜਾਬ ਦਾ ਰਾਜ ਇਹ ਸਿੱਖ ਕਰਨਗੇ, ਇਹ ਨਹੀਂ ਕਰ ਸਕਦੇ। ਇਹ ਤਾਂ ਆਪਦੇ ਧਰਮ ਦਾ ਜਲੂਸ ਕਢਾਉਣ ਵਾਲੇ ਨੇ। ਸ਼ੇਰੇ ਪੰਜਾਬ ਆਪਦੇ ਧਰਮ ਨੂੰ ਉੱਪਰ ਚੁੱਕਦਾ ਸੀ ਤੇ ਦੂਜੇ ਧਰਮਾਂ ਦੀ ਰਿਸਪੈਕਟ ਕਰਦਾ ਸੀ, ਉਹ ਸ਼ੇਰੇ ਪੰਜਾਬ ਸੀ। ਉਹਨੇ ਕੋਈ ਗੱਲ ਸਲਾਹ ਲੈਣੀ ਹੈ, ਕਿਤੇ ਜਾਣਾ ਹੈ ਤੇ ਸਿੱਧਾ ਉਹਨੇ ਹਰਿਮੰਦਰ ਸਾਹਿਬ ਜਾਣਾ ਉਹਨੇ, ਤੇ ਦੂਜੇ ਧਰਮਾਂ ਦੀ ਇੱਜ਼ਤ ਕਰਨੀ ਹੈ। ਇਹ ਬੰਦੇ ਉਹ ਨੇ ਕਿ ਜਿਹੜੇ ਆਪਦੇ ਧਰਮ ਦਾ ਜਲੂਸ ਕਢਾ ਕੇ ਤੇ ਰਾਤ ਨੂੰ ਮੌਜ ਨਾਲ ਬੜੇ ਘਰੇ ਆਪਦੇ ਬੈਠੇ ਹੁੰਦੇ ਨੇ। ਮੈਂ ਤਾਂ ਇਹਨਾਂ ਨੂੰ ਸਿੱਖ ਲੀਡਰ ਸਮਝਦਾ ਹੀ ਨਹੀਂ ਇਹਨਾਂ। ਤਾਂ ਲੀਡਰਾਂ ਦੇ ਉੱਤੇ ਜਿਹੜੀ ਸਾਰੀ ਗੱਲ ਆ ਜਾਂਦੀ, ਕਿਉਂਕਿ ਤਾਕਤ ਜਿਹੜੀ ਇਸ ਵਕਤ ਸਾਨੂੰ ਪਤਾ ਇਸ ਮੁਲਕ ਦੇ ਵਿੱਚ ਜਿਹੜੀ ਆ ਉਹ ਸਿਆਸੀ ਲੋਕਾਂ ਕੋਲੇ ਆ। ਅਦਾਲਤਾਂ ਨੇ ਜਾਂ ਜੇਲ੍ਹਾਂ, ਅਦਾਲਤਾਂ, ਥਾਣੇ, ਸਭ ਕੁਝ ਜਿਹੜਾ ਉਹਦੇ ਪ੍ਰਭਾਵ ਹੇਠ ਕੰਮ ਕਰਦਾ। ਤਾਂ ਖੈਰਾ ਸਾਹਿਬ ਹੱਲ ਕੀ ਹੈ ਫਿਰ? ਤੁਸੀਂ ਤਾਂ ਵਕੀਲ ਹੋ, ਤੁਸੀਂ ਵੀ ਸਦਾ ਕਹਿੰਦੇ ਹੋ ਵੀ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਕਿ ਨੌਜਵਾਨੀ ਨੂੰ ਜਿਹੜਾ ਬਚਾਉਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਪਾਸਿਓਂ ਮਾਰ ਸਾਨੂੰ ਪੈ ਰਹੀ। ਜਿੱਦਾਂ ਹੁਣ ਤੁਸੀਂ ਗੱਲਬਾਤ ਕਰਦੇ ਹੋ, ਮੈਂ ਕਰਦਾ, ਅਸੀਂ ਗੱਲਬਾਤ ਕਰਦੇ ਭਾਵਨਕ ਤੌਰ ਤੇ ਅਸੀਂ ਜੁੜੇ ਹੋਏ ਹਾਂ ਨਾ ਜੀ। ਪੁਰਾਤਨ ਇਮਾਰਤਾਂ ਸਾਡੀਆਂ ਢਾਈਆਂ ਜਾ ਰਹੀਆਂ, ਗੁਰਬਾਣੀ ਦੀ ਬੇਅਦਬੀ ਹੋ ਰਹੀ ਹੈ, ਅਰਦਾਸ ਵੀਰ ਦੀ ਬੇਅਦਬੀ ਹੋ ਰਹੀ ਹੈ, ਥਾਂ ਥਾਂ ਪੱਗਾਂ ਲੈ ਰਹੀਆਂ ਨੇ। ਤਾਂ ਹੱਲ ਕੀ ਹੈ ਇਸ ਚੀਜ਼ ਦਾ? ਸਾਡੀ ਪੀੜ੍ਹੀ ਜਿਹੜੀ ਹੈ ਕਿਸ ਤਰ੍ਹਾਂ ਆਪਣੇ ਆਪ ਨੂੰ ਸੰਤੁਸ਼ਟ ਕਰੇ ਵੀ ਸਾਨੂੰ ਕਿੱਥੋਂ ਇਹਨਾਂ ਚੀਜ਼ਾਂ ਦਾ ਹੱਲ ਕੀ ਹੋਊਗਾ? ਅਦਾਲਤ ਹੋਊਗੀ, ਕਾਨੂੰਨ ਹੋਊਗਾ, ਕਿਹੜਾ ਹੱਲ ਹੋਊ? ਨਹੀਂ, ਇਹਦਾ ਕੋਈ ਹੱਲ ਨਹੀਂ ਹੋਣਾ ਜੀ, ਕਿਉਂਕਿ ਜਿਹੜੀ ਬਹੁ ਗਿਣਤੀ ਹੈ, ਕਿਉਂਕਿ ਜਿਸ ਦੇਸ਼ ਦੇ ਅੰਦਰ, ਜਿਸ ਸਟੇਟ ਦੇ ਅੰਦਰ ਤੁਹਾਡੀ ਗਿਣਤੀ ਘਟ ਗਈ, ਬਹੁ ਗਿਣਤੀ ਤੁਹਾਨੂੰ ਕਿਤੇ ਰਾਜ ਨਹੀਂ ਕਰਨ ਦਿੰਦੀ। ਜਿਹੜੀ ਘੱਟ ਗਿਣਤੀ ਤੇ ਹਮੇਸ਼ਾ ਤਸ਼ੱਦਦ ਹੋਏ ਨੇ, ਚਾਹੇ ਉਹ ਜਰਮਨ ਚਲੇ ਜਾਓ, ਕਿਤੇ ਚਲੇ ਜਾਓ, ਉਹਨਾਂ ਨੂੰ ਚੜਾਉਣਾ, ਉਹਨਾਂ ਦੇ ਧਰਮ ਪ੍ਰਤੀ ਬੋਲਣਾ, ਇਹ ਰਿਹਾ ਸੀ, ਰਹੇਗਾ ਤੇ ਅੱਗੇ ਵੀ ਚੱਲੇਗਾ। ਇਹ ਰੁਕਣਾ ਨਹੀਂ ਹੁਣ। ਕਾਰਨ ਕੀ ਹੈ? ਅਸੀਂ ਸੋਚਦੇ ਹਾਂ ਕਿ ਸਾਨੂੰ ਇੱਥੇ ਇੰਡੀਆ ਦੇ ਵਿੱਚ ਜਸਟਿਸ ਮਿਲੇਗਾ ਜਾਂ ਸਾਡੇ ਨੂੰ ਕਿ ਸਿਆਸਤ ਸਾਡੇ ਨਾਲ ਖੜਨਗੇ, ਇਹਨਾਂ ਨੇ ਸਾਡੀ ਹੈਲਪ ਨਹੀਂ ਕਰਨੀ, ਇਹ ਤਾਂ ਸਾਨੂੰ ਚੜਾਉਣਗੇ। ਕਿਉਂਕਿ ਸਾਡੇ ਜਦ ਤੱਕ ਸਿੱਖ ਲੀਡਰ ਚੰਗੇ ਨਹੀਂ ਆਉਂਦੇ, ਸਾਡੇ ਸਿੱਖ ਲੀਡਰ ਆਪਦੇ ਧਰਮ ਪ੍ਰਤੀ ਵਫਾਦਾਰ ਨਹੀਂ ਹੁੰਦੇ, ਤਦ ਤੱਕ ਸਾਨੂੰ ਇੰਡੀਆ ਦੇ ਵਿੱਚ ਜਸਟਿਸ ਨਹੀਂ ਮਿਲਣਾ। ਖੈਰਾ ਸਾਹਿਬ ਇਹ ਗੱਲ ਮੈਨੂੰ ਤੁਹਾਡੀ ਠੀਕ ਲੱਗੀ, ਕਿਉਂਕਿ ਬਿਲਕੁਲ ਸ਼ਾਇਦ ਇੱਥੇ ਇੰਡੀਆ ਦੇ ਵਿੱਚ ਸਿੱਖਾਂ ਦੇ ਨਾਲ ਦਿਨ ਬ ਦਿਨ ਅਜਿਹੀਆਂ ਘਟਨਾਵਾਂ ਘਟ ਰਹੀਆਂ ਨੇ। ਅਸੀਂ ਕਈ ਵਾਰੀ ਕਹਿੰਦੇ ਵੀ ਤੀਜਾ ਬਦਲ ਲਿਆਓ ਜੀ, ਨਵੀਂ ਪਾਰਟੀ ਲਿਆਓ ਜੀ। ਤਾਂ ਦਿੱਲੀ ਦੇ ਵਿੱਚ ਬੀਤੇ ਦਿਨ ਇੱਕ ਭੈਣ ਸੀ, ਉਹਨਾਂ ਨੇ ਪੇਪਰ ਦੇਣਾ ਸੀਗਾ ਕੋਈ ਐਂਟਰੈਂਸ ਟੈਸਟ ਦੇ ਵਿੱਚ, ਉਹਨੂੰ ਕਹਿੰਦੇ ਵੀ ਕੜਾ ਤੇ ਕਿਰਪਾਨ ਲਾ ਕੇ ਆ। ਹੁਣ ਕੜਾ ਕਿਹੜੀ AK-47 ਹੈ? ਸਿੱਖਾਂ ਦਾ ਧਾਰਮਿਕ ਕਕਾਰ ਆ, ਜਿਸ ਤਰ੍ਹਾਂ ਹਿੰਦੂ ਵੀਰਾਂ ਦਾ ਜਿਹੜਾ ਕੋਈ ਜਨੇਊ ਹੋ ਸਕਦਾ, ਕੁਛ ਹੋਰ ਹੋ ਸਕਦਾ। ਕੜਾ ਲਵਾ ਕੇ ਕਹਿੰਦੇ ਪੇਪਰ ਦਿਓ। ਕਹਿੰਦੀ ਮੈਨੂੰ ਇਸ ਤਰ੍ਹਾਂ ਦੇ 100 ਪੇਪਰ ਮੈਂ ਰੱਦ ਕਰਾਂਗੀ, ਕੜਾ ਨਹੀਂ ਲਾਵਾਂਗੀ। ਤਾਂ ਕੀ ਤੀਜਾ ਬਦਲ, ਚੌਥਾ ਬਦਲ, ਪੰਜਵਾਂ ਬਦਲ ਇਸ ਚੀਜ਼ ਦਾ ਹੱਲ ਹੈਗਾ, ਜਾਂ ਜਿਹੜਾ ਪੂਰੇ ਦਾ ਪੂਰਾ ਜਿਹੜਾ ਢਾਂਚਾ ਹੈਗਾ ਇਹ ਭ੍ਰਿਸ਼ਟਾ ਹੀ ਰਹਿਣਾ? ਜਦੋਂ ਸਿੱਖ ਆਪਦੇ ਧਰਮ ਦੀ ਗੱਲ ਕਰੇਗਾ, ਜਦੋਂ ਸਿੱਖ ਆਪਦੀ ਉੱਚ ਕੋਟੀ ਦੀ ਗੱਲ ਕਰੇਗਾ, ਤਾਂ ਇਹਨਾਂ ਨੂੰ ਵੱਖਵਾਦੀ, ਅੱਤਵਾਦੀ ਲੱਗੇਗਾ। ਇਹ ਚਾਹੁੰਦੇ ਨੇ ਕਿ ਸਿੱਖ ਹੈ ਜਿਹੜਾ ਉਹ ਉਹਦੀ ਜਿਹੜੀ ਮਤਲਬ ਕਿ ਨੱਚਦਾ ਟੱਪਦਾ ਹੋਵੇ, ਉਹਦੀ ਪੱਗ ਉਹਦੀ ਕੱਛ 'ਚ ਹੋਵੇ, ਉਹ ਜੋ ਮਰਜ਼ੀ ਇੰਜੋਏ ਕਰ ਸਕਦਾ, ਉਹਨੂੰ ਕੁਛ ਨਹੀਂ ਕਹਿੰਦੀ। ਜਦੋਂ ਸਿੱਖ ਫੰਡਾਮੈਂਟਲ ਰਾਈਟ ਦੀ ਗੱਲ ਕਰੇਗਾ, ਜਦੋਂ ਸਿੱਖ ਕਹੇਗਾ ਗਲਤ ਹੈ, ਉਹ ਸਿੱਖ ਧਰਮ ਦੀ ਗੱਲ ਕਰੇਗਾ, ਉਦੋਂ ਇਹਦੀ ਇੱਥੇ ਬੇਇੱਜ਼ਤੀ ਹੋਵੇਗੀ ਤੇ ਇਹ ਬੰਦ ਹੋਣੀ ਵੀ ਨਹੀਂ, ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਕਿਉਂਕਿ ਸਾਡੇ ਸਿੱਖ ਲੀਡਰ ਵਿਕਾਊ ਨੇ, ਸਾਡੇ ਜਿਹੜੇ ਵਿਕ ਚੁੱਕੇ ਨੇ। ਮੇਰੀ ਗੱਲ ਸੁਣੋ, ਅੱਗੇ ਸਾਡੀ 7% ਆਬਾਦੀ ਸੀ ਸ਼ੇਰੇ ਪੰਜਾਬ ਵੇਲੇ, ਉਦੋਂ ਪਹਿਲਾਂ ਸਾਨੂੰ ਮੁਗਲ ਮਾਰਦੇ ਸੀ, ਉਦੋਂ ਬਾਅਦ ਪਹਿਲਾਂ ਸਾਨੂੰ ਅਫਗਾਨੀ ਮਾਰਦੇ ਰਹੇ ਨੇ। ਪਰ ਜਦ ਸਾਡਾ ਸ਼ਾਸਕ ਚੰਗਾ ਆਇਆ, ਜਦ ਸਾਡੇ ਜਰਨੈਲ ਹਰੀ ਸਿੰਘ ਨਲੂਏ ਵਰਗੇ ਆਏ ਨੇ, ਤਾਂ ਅਫਗਾਨੀਆਂ ਦਾ ਮੁੜ ਕੇ ਮੂੰਹ ਨਹੀਂ ਕੀਤਾ ਸਾਡੇ ਵੱਲ। ਕਿਉਂਕਿ ਤੁਹਾਡੀ ਪਬਲਿਕ ਇਕੱਲੀ ਨਹੀਂ ਲੜ ਸਕਦੀ, ਪਬਲਿਕ ਨੂੰ ਜਦੋਂ ਮਰਜ਼ੀ ਮਾਰ ਦੇਣਗੇ। ਕਿਉਂਕਿ ਜਿਹੜੇ ਤੁਹਾਡੇ ਲੀਡਰ ਨੇ, ਤੁਹਾਡੇ ਉਹ ਜਿਹੜੇ ਚੁਣੇ ਹੋਏ ਬੰਦੇ ਨੇ, ਜਦ ਤੱਕ ਉਹ ਸ਼ੇਰੇ ਪੰਜਾਬ ਤੇ ਹਰੀ ਸਿੰਘ ਨਲੂਏ ਵਰਗੇ ਨਹੀਂ ਆਉਂਦੇ ਨਾ, ਸਰਦਾਰ ਜੀ ਤੁਸੀਂ ਛਿੱਤਰ ਹੀ ਖਾਓਗੇ ਇਸ ਕੰਟਰੀ ਦੇ ਅੰਦਰ। ਜਦੋਂ ਤੁਹਾਨੂੰ ਸ਼ੇਰੇ ਪੰਜਾਬ ਤੇ ਹਰੀ ਸਿੰਘ ਨਲੂਆ ਮਿਲ ਜਾਏਗਾ, ਫਿਰ ਕਿਸੇ ਦੀ ਹਿੰਮਤ ਨਹੀਂ ਤੁਹਾਡੇ ਵੱਲ ਵੇਖ ਜੇ। ਜਿਵੇਂ ਅਫਗਾਨੀਆਂ ਦੀ ਕਈ 100 ਸਾਲ ਸਾਡੇ ਤੇ ਜ਼ੁਲਮ ਕੀਤਾ ਉਹਨਾਂ ਨੇ, ਤੇ 100-150 ਸਾਲ ਪਹਿਲਾਂ ਜ਼ੁਲਮ ਕਰਦੇ ਰਹੇ ਨੇ ਉਹ, ਪਰ ਕਿਸੇ ਦੀ ਜੁਰਤ ਨਹੀਂ ਰਹੀ ਜਦੋਂ ਹਰੀ ਸਿੰਘ ਨਲੂਆ ਦੇ ਸ਼ੇਰੇ ਪੰਜਾਬ ਆ ਗਏ ਨੇ। ਸੋ ਸਾਡੇ 'ਚ ਘਾਟ ਹੈ, ਸਿੱਖ ਲੀਡਰਾਂ ਦੀ ਘਾਟ ਹੈ, ਸਾਡੀ ਸੋਚ ਦੀ ਘਾਟ ਹੈ। ਜਦੋਂ ਤੱਕ ਅਸੀਂ ਇਹੋ ਜਿਹੇ ਘਟੀਆ ਲੀਡਰ ਚੁਣਾਂਗੇ ਤਾਂ ਸਾਡਾ ਇਸ ਕੰਟਰੀ 'ਚ ਹਾਲ ਮਾੜਾ ਹੀ ਹੋਵੇਗਾ। ਇਸ ਕੰਟਰੀ 'ਚ ਹਾਲ ਮਾੜਾ ਹੋਊਗਾ। ਅਸੀਂ ਪਿਛਲੇ 8-10 ਸਾਲ ਦਾ ਰਿਕਾਰਡ ਦੇਖ ਲਈਏ, 20 ਸਾਲ ਦਾ ਵੇਖ ਲਓ, 50 ਸਾਲ ਦਾ ਵੇਖ ਲਓ, 5 ਦਿਨਾਂ, ਜੋ ਮਰਜ਼ੀ ਦੇਖ ਲਓ, ਦਿਨ ਬ ਦਿਨ ਖਾਸ ਕਰਕੇ ਸਿੱਖਾਂ ਦੇ ਵਾਸਤੇ, ਖਾਸ ਕਰਕੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ, ਉਹ ਘਟਨਾਵਾਂ ਅਜਿਹੀਆਂ ਘਟਦੀਆਂ ਨੇ ਕਿ ਬਰਦਾਸ਼ਤ ਤੋਂ ਪਰੇ ਆ। ਅਸੀਂ ਜਦੋਂ ਨਿੱਕੇ ਹੁੰਦੇ ਸੀ ਖੈਰਾ ਸਾਹਿਬ, ਤਾਂ ਉਹ ਪੜ੍ਹਾਉਂਦੇ ਹੁੰਦੇ ਸੀ, ਕਹਿੰਦੇ ਭਾਰਤ ਜਿਹੜਾ ਸਾਰੇ ਕੌਮਾਂ ਧਰਮਾਂ ਦਾ ਸਾਂਝਾ ਦੇਸ਼ ਹੈ ਜੀ, ਕਈ ਤਰ੍ਹਾਂ ਦੇ ਰੰਗ ਮਿਲਦੇ ਆ। ਫਿਰ ਉਹ ਸਿਰਫ ਗੱਲਾਂ ਕਹਿਣ ਨੂੰ ਹੀ ਹੈ ਜੀ। ਨਹੀਂ ਜੀ, ਉਹ ਗੱਲਾਂ ਕਹਿਣ ਨੂੰ ਨੇ, ਕਿਤਾਬਾਂ ਦੀਆਂ ਗੱਲਾਂ ਨੇ। ਕੋਈ ਨਹੀਂ ਇੱਥੇ ਕਿਸੇ ਨੂੰ ਚੰਗਾ ਸਮਝਦਾ। ਬਹੁ ਗਿਣਤੀ ਦਾ ਜ਼ੋਰ ਹੈ, ਬਹੁ ਗਿਣਤੀ ਜੋ ਮਰਜ਼ੀ ਕਰ ਲੇ, ਉਹਨਾਂ 'ਤੇ ਕੋਈ ਜੁਰਮ ਨਹੀਂ। ਮੈਂ ਤੁਹਾਨੂੰ ਅੱਗੇ ਕਹਿ ਕੇ ਹਟਿਆ ਕਿ 1983 ਦੇ ਵਿੱਚ ਜਦੋਂ ਏਸ਼ੀਅਨ ਗੇਮ ਸਿੱਖਾਂ ਨੇ ਜਾਣਾ ਸੀ, ਸੈਂਕੜੇ ਦੀ ਗਿਣਤੀ ਸਿੱਖ ਜਿਹੜੇ ਪੰਜਾਬ ਤੇ ਹਰਿਆਣੇ 'ਚ ਮਾਰੇ ਸੀ। ਤੁਹਾਡੇ ਕਿਹੜੇ ਬੰਦੇ ਪੁਲਿਸ ਨੂੰ, ਅਫੀਸਰ ਨੂੰ ਸਜ਼ਾ ਹੋਗੀ?
ਤੁਸੀਂ ਆਪ ਹੀ ਸੋਚੋ ਨਾ ਕਿ 1983 ਤੋਂ ਬਾਅਦ ਤੁਹਾਨੂੰ ਨਹੀਂ ਕਿਸੇ ਨੇ ਪੁੱਛਿਆ, 84 ਦਾ ਬਾਅਦ ਚ ਆਉਂਦੀ ਹੈ। ਸੋ ਤੁਹਾਨੂੰ 1978 ਚ ਵੀ ਦਿਖਾਇਆ ਹੈ। ਉਹ ਤਾਂ ਗੇਮਾਂ ਵਾਲੇ ਸੀ, ਉਹ ਕਿਹੜਾ ਕੋਈ ਖਾੜਕੂ ਸੀ ਕਿ ਨਾ ਉਹ ਖਾਲਿਸਤਾਨੀ ਸੀ ਨਾ ਉਹ ਅੱਤਵਾਦੀ ਸੀ। ਦੇਖੋ ਇੰਡੀਆ ਦੇ ਵਿੱਚ ਕਿੰਨੀਆਂ ਸਟੇਟ ਬਣੀਆਂ ਨੇ, ਕਿਤੇ ਕਤਲੇਆਮ ਹੋਇਆ ਹੈ। ਜਦ ਪੰਜਾਬ ਸਟੇਟ ਅਲੱਗ ਹੁੰਦੀ ਤੇ ਕਤਲੇਆਮ ਹੁੰਦਾ ਹੈ, ਸਿੱਖਾਂ ਨੂੰ ਮਾਰਿਆ ਜਾਂਦਾ ਹੈ। ਤੁਹਾਨੂੰ ਉਦੋਂ ਵੀ ਜਿਤਾਇਆ ਉਹਨਾਂ ਨੇ ਕਿ ਤੁਹਾਡਾ ਇੱਥੇ ਕੁਛ ਨਹੀਂ। ਤੁਹਾਡਾ 1955 ਚ ਹਰਿਮੰਦਰ ਸਾਹਿਬ ਤੇ ਹਮਲਾ ਹੁੰਦਾ, ਤੁਹਾਨੂੰ ਜਿਤਾਇਆ ਹੈ ਕਿ ਤੁਸੀਂ ਘੱਟ ਗਿਣਤੇ, ਤੁਸੀਂ ਖੂੰਜੇ ਹੀ ਲੱਗੋਗੇ। ਸੋ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ, ਜਦ ਤੱਕ ਤੁਸੀਂ ਸ਼ੇਰੇ ਪੰਜਾਬ ਤੇ ਹਰੀ ਸਿੰਘ ਨਲੂਏ ਵਰਗੇ ਬੰਦੇ ਵਾਪਸ ਨਹੀਂ ਆਉਂਦੇ ਨਾ, ਅਸੀਂ ਉਹੋ ਜਿਹੇ ਬੰਦੇ ਨਹੀਂ ਚੁਣਦੇ, ਇਹਨਾਂ ਨੂੰ ਮਗਰੋਂ ਨਹੀਂ ਲਾਉਂਦੇ, ਸਾਡਾ ਉਹਨਾਂ ਚਿਰ ਇਸ ਕੰਟਰੀ 'ਚ ਰਹਿਣ ਦਾ ਕੋਈ ਹਾਲ ਨਹੀਂ ਸਾਡਾ। ਤਾਂ ਇੱਕ ਕਵਿਸ਼ਰੀ ਗਾਉਂਦੇ ਹੁੰਦੇ ਸੀ, ਮਰਿਆ ਜਦੋਂ ਪੰਜਾਬ ਦਾ ਮਹਾਰਾਜਾ, ਮਰ ਗਈ ਤਕਦੀਰ ਪੰਜਾਬੀਆਂ ਦੀ। ਤਾਂ ਸੱਚਮੁੱਚ ਸ਼ਾਇਦ ਪੰਜਾਬ ਦੀ ਤਕਦੀਰ ਜਿਹੜੀ ਆ ਉਹ ਸਿੱਖ ਰਾਜ ਦੇ ਜਿਹੜਾ ਸੂਰਜ ਛਪਣ ਦੇ ਨਾਲ ਛਪ ਚੁੱਕੀ ਹੈ। ਪਰ ਉਮੀਦ ਜਿਹੜੀ ਆ ਗੁਰੂ ਦਾ ਸਿੱਖ ਸਦਾ ਹੀ ਰੱਖਦਾ, ਉਮੀਦ ਰੱਖਦਾ। ਗੁਰੂ ਦੇ ਸਿੱਖ ਨੇ ਉਦੋਂ ਉਮੀਦ ਨਹੀਂ ਛੱਡੀ ਜਦੋਂ ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ ਵਾਪਰਿਆ ਤਾਂ 40-40 50-50 ਹਜ਼ਾਰ ਸਿੱਖਾਂ ਦੀ ਜਿਹੜੀ ਆ ਰੋਜ਼ਾਨਾ ਕਤਲੇਆਮ ਜਿਹੜਾ ਉਦੋਂ ਹੁੰਦਾ ਰਿਹਾ। ਕਈ ਸਮਾਂ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਗੁਜ਼ਾਰ ਕੇ ਵੀ ਕੌਮ ਚੜ੍ਹਦੀ ਕਲਾ 'ਚ ਰਹੀ ਆ। ਖਹਿਰਾ ਸਾਹਿਬ, ਅਸੀਂ ਇਹ ਗੱਲਬਾਤ ਕੀਤੀ ਹੈ ਲਗਭਗ 15-20 ਮਿੰਟ। ਸਾਨੂੰ ਇੱਦਾਂ ਲੱਗਦਾ ਵੀ ਹਰ ਪਾਸੋਂ ਸਾਨੂੰ ਮਾਰ ਪੈ ਰਹੀ, ਹਰ ਪਾਸੋਂ ਸਾਨੂੰ ਮਾਰ ਪੈ ਰਹੀ ਆ। ਔਰ ਸਾਡੇ ਵਿੱਚ ਇੱਕ ਬਹੁਤ ਸਾਰੀਆਂ ਲੌਬੀਜ਼ ਇਸ ਤਰ੍ਹਾਂ ਦੀਆਂ ਹੈਗੀਆਂ, ਉਹ ਕਹਿੰਦੇ ਵੀ ਵੈਸੇ ਹੀ ਇਹ ਵਿਹਲੇ ਲੋਕ ਆ, ਇਹ ਸ਼ਾਇਦ ਤਾਂ ਅਜਿਹੀਆਂ ਗੱਲਾਂ ਕਰਦੇ ਨੇ। ਉਹਨਾਂ ਦੀ ਕੋਈ ਲਾਲਸਾ ਹੈਗੀ, ਖਾਸ ਕਰਕੇ ਮਾਫ ਕਰਨਾ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਇੱਕ ਮੈਨੂੰ ਪੜ੍ਹਿਆ ਲਿਖਿਆ ਵਰਗ ਜਿਹੜਾ ਹੈਗਾ, ਨੌਕਰੀ ਪੇਸ਼ਾ ਵਰਗ, ਉਹ ਇਸ ਤਰ੍ਹਾਂ ਦਾ ਲੱਗਦਾ। ਉਹ ਕਹਿੰਦਾ ਵੀ ਵਿਹਲੇ ਲੋਕ ਆ ਜਿਹੜੇ ਥਾਂ ਧਰਨਾ ਲਾਉਂਦੇ ਆ, ਇਹ ਜਿਹੜੇ ਜਿੱਦਾਂ ਕੋਈ ਸਤਕਾਰ ਕਮੇਟੀ ਆ, ਕੋਈ ਟਕਸਾਲ ਆ, ਕੋਈ ਹੋਰ ਸਾਡੇ ਪ੍ਰਚਾਰਕ ਵੀ ਹੈਗੇ ਆ, ਉਹ ਕਹਿੰਦੇ ਨਹੀਂ ਜੀ ਇਹ ਹਥਿਆਰ ਨਹੀਂ ਚੁੱਕਣੇ ਚਾਹੀਦੇ, ਹਥਿਆਰ ਰੱਖਣੇ ਵੀ ਨਹੀਂ ਚਾਹੀਦੇ, ਵਿਚਾਰਾਂ ਦੀ ਜੰਗ ਹੈ ਜੀ, ਲੋਕਤੰਤਰ ਹੈ ਜੀ। ਤਾਂ ਇਹ ਸਾਰਾ ਢਾਂਚਾ ਕਿਸ ਤਰ੍ਹਾਂ ਇੱਧਰਲੇ ਪਾਸੇ, ਔਰ ਖਾਸ ਕਰਕੇ ਉਹਨਾਂ ਲੋਕਾਂ ਨੂੰ ਕਦੋਂ ਸਮਝ ਆਊਗੀ, ਉਹਨਾਂ ਲੋਕਾਂ ਨੂੰ ਕਦੋਂ ਇਸ ਚੀਜ਼ ਦਾ ਅਹਿਸਾਸ ਹੋਊਗਾ ਵੀ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਜਿਹੜਾ ਸਿੱਖਾਂ ਤੇ ਹੋਰ ਘੱਟ ਗਿਣਤੀ ਕੌਮਾਂ ਦੇ ਉੱਤੇ ਇੱਥੇ ਜ਼ੁਲਮ ਇਸ ਦੇਸ਼ ਦੇ ਵਿੱਚ ਹੋ ਰਿਹਾ। ਠੀਕ ਹੈ, ਤੁਸੀਂ 4 ਜਮਾਤਾਂ ਪੜ੍ਹ ਕੇ 4 ਟੈਸਟ ਕਲੀਅਰ ਕਰਕੇ ਚੰਗੀਆਂ ਪਦਵੀਆਂ ਤੇ ਚੱਲ ਗਏ ਹੋਵੋਗੇ, ਪਰ ਧਰਮ ਦੀ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਥੋੜੀ ਦੱਬੀ ਗਈ ਨਹੀਂ। ਸਿੱਖ ਸ਼ੁਰੂ ਤੋਂ ਲੈ ਕੇ 2 ਹਿੱਸਿਆਂ 'ਚ ਵੰਡੇ ਹੋਏ ਨੇ। ਜੇ ਅਸੀਂ ਅਹਿਮਦ ਸ਼ਾਹ ਅਬਦਾਲੀ ਵੱਲ ਦੇਖੀਏ ਤੇ 5000 ਸਿੱਖਾਂ ਦੀ ਫੌਜ ਸੀ। ਇੱਕ ਬੰਨੇ ਸਾਡਾ ਇੱਧਰ ਆਲਾ ਸਿੰਘ ਰਾਜਾ ਸੀ, ਜਿਹੜੇ ਕਹਿੰਦੇ ਨੇ ਕਿ ਆਲਾ ਸਿੰਘ ਜਿਹੜਾ ਸੀ ਇੱਥੋਂ ਦਾ, ਉਹ ਅਹਿਮਦ ਸ਼ਾਹ ਅਬਦਾਲੀ ਨਾਲ ਇੱਕੋ ਗੱਲ ਸੀ ਹੁੰਦੀ। ਦੂਸਰੇ ਸਾਈਡ ਤੇ ਉਹ ਸਿੱਖ ਸੀ ਜਿਹੜੇ ਜੰਗਲਾਂ 'ਚ ਰਹਿੰਦੇ ਸੀ, ਜਿਹੜੇ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਦੇ ਸੀ। ਫਿਰ ਉਸ ਤੋਂ ਬਾਅਦ ਅੰਗਰੇਜ਼ ਆਉਂਦਾ ਹੈ। ਅੰਗਰੇਜ਼ ਦੇ ਅੰਦਰ ਉਹ ਸਿੱਖ ਵੀ ਆਏ ਨੇ ਜਿਨ੍ਹਾਂ ਨੂੰ ਜਗੀਰਾਂ ਮਿਲ ਗਈਆਂ ਨੇ, ਜਿਨ੍ਹਾਂ ਨੇ ਨਰੈਣੂ ਮੰਤ ਦੀ ਸਪੋਰਟ ਕੀਤੀ, ਤੇ ਉਹ ਵੀ ਸਿੱਖ ਆਉਂਦੇ ਨੇ ਜਿਨ੍ਹਾਂ ਨੇ ਨਰੈਣੂ ਮੰਤ ਦਾ ਮੁਕਾਬਲਾ ਕੀਤਾ। ਸੋ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਸਾਡੇ ਸ਼ੁਰੂ ਤੋਂ ਲੈ ਕੇ ਜਿਹੜੀਆਂ ਗੌਰਮੈਂਟ ਸਰਕਾਰਾਂ ਆਈਆਂ ਨੇ, ਉਹਨਾਂ ਨੇ ਕੁਝ ਲਾਲਚ ਸੁੱਟਿਆ ਸੀ। ਉਹ ਲਾਲਚ ਦੇ ਅੰਦਰ ਕੁਝ ਲੋਕ ਸਾਡੇ ਆਉਂਦੇ ਨੇ, ਉਹ ਚਾਹੇ ਅਹਿਮਦ ਸ਼ਾਹ ਅਬਦਾਲੀ ਸੀ, ਚਾਹੇ ਉਹ ਅੰਗਰੇਜ਼ ਸੀ, ਤੇ ਚਾਹੇ ਸੰਨ 47 ਤੋਂ ਬਾਅਦ ਨੇ। ਇਸ ਦੇ ਵਿੱਚ ਜਿਹੜੇ ਬੰਦੇ ਅੰਦਰ ਇਹਨਾਂ ਨੇ ਖਰੀਦੇ ਹੋਏ ਨੇ, ਉਹ ਕੈਟਾਗਰੀ ਅਲੱਗ ਹੈ। ਜਿਹੜੇ ਜੁੜ ਚੁੱਕੇ ਨੇ ਉਹ ਹਮੇਸ਼ਾ ਹੀ ਅਲੱਗ ਰਹੇ ਨੇ, ਉਹ ਅੱਜ ਦੇ ਨਹੀਂ ਆਪਾਂ ਕਹੀਏ ਅੱਜ ਹੋ ਗਏ ਨੇ, ਇਹ ਹਮੇਸ਼ਾ ਹੀ ਇਸ ਤਰ੍ਹਾਂ ਰਹੇ ਨੇ, ਕਿਉਂਕਿ ਉਹਨਾਂ ਦਾ ਮੋਹ ਸਿਰਫ ਕੱਲਾ ਪੈਸੇ ਨਾਲ ਹੁੰਦਾ ਉਹਨਾਂ ਦਾ। ਤੇ ਕੁਝ ਸਿੱਖ ਐਸੇ ਆਏ ਨੇ ਜਿਹੜੇ ਹਮੇਸ਼ਾ ਹੀ, ਜਿਨ੍ਹਾਂ ਨੇ ਉਹਨਾਂ ਸਾਰਿਆਂ ਦੀ ਇੱਜ਼ਤ ਭਾਲ ਉਹਨਾਂ ਨੇ ਕੀਤੀ ਹੈ। ਜਿਹੜੇ ਇਹ ਬੰਦੇ ਨੇ ਨਾ, ਸਰਦਾਰ ਖੁਸ਼ਵੰਤ ਸਿੰਘ ਜਿਹੜਾ ਆਪ ਕਹਿੰਦਾ ਸੀ ਕਿ ਮੈਂ ਭਾਰਤ ਦਾ ਰਾਸ਼ਟਰਵਾਦੀ ਕਹਾਉਂਦਾ ਸੀ, ਪਰ ਜਦੋਂ ਕਹਿੰਦਾ ਸੰਨ 84 ਚ ਮੈਨੂੰ ਗਾਲਾਂ ਕੱਢੀਆਂ ਨੇ ਨਾ 31 ਅਕਤੂਬਰ ਤੋਂ ਬਾਅਦ, ਤੇ ਮੈਨੂੰ ਜਦੋਂ ਮੈਂ ਹਰਿਮੰਦਰ ਸਾਹਿਬ ਗਿਆ, ਉੱਥੇ ਜਿਹੜਾ ਬਹੁਤ ਗਿਣਤੀ ਨੇ ਉਹਦਾ ਮਜ਼ਾਕ ਉਡਾਇਆ ਸੀ, ਉਦੋਂ ਕਹਿੰਦਾ ਸੀ ਕਿ ਸਾਡਾ ਤਾਂ ਇਹ ਦੇਸ਼ ਹੀ ਨਹੀਂ ਯਾਰ, ਮੈਂ ਤਾਂ ਧੱਕੇ ਨਾਲ ਹੀ ਐਵੇਂ ਇਹਨਾਂ ਦੀ ਸਲੌਤ ਕੀਤੀ ਗਿਆ, ਜਿੰਨੀ ਸਾਡੇ ਨਾਲ ਮਾੜੀ ਇਸ ਕੰਟਰੀ 'ਚ ਕਿਸੇ ਨਾਲ ਹੋਈ ਨਹੀਂ। ਪਰ ਜਦੋਂ ਹੁੰਦੀ ਹੈ ਅਕਲ ਉਦੋਂ ਆਉਂਦੀ ਹੈ। ਇਸ ਕਰਕੇ ਇਹ ਭੁਲੇਖਾ ਇਹਨਾਂ ਨੂੰ ਹੈ, ਭੁਲੇਖਾ ਇਸ ਕਰਕੇ ਇਹਨਾਂ ਨੂੰ ਹੈ ਕਿ ਸਾਡੀ ਇੱਥੇ ਇੱਜ਼ਤ ਹੈ। ਇੱਜ਼ਤ ਨਹੀਂ, ਤੁਹਾਡੀ ਇੱਜ਼ਤ ਉਹਨਾਂ ਬੰਦਿਆਂ ਕਰਕੇ, ਜਥੇਬੰਦੀਆਂ ਕਰਕੇ ਹੈ ਜਿਹੜੇ ਅੱਜ ਵੀ ਟਕਰਾਉਂਦੇ ਨੇ, ਜਿਹੜੇ ਅੱਜ ਵੀ ਤੁਹਾਡੀ ਅਰਦਾਸ ਤੇ ਤੁਹਾਡੇ ਪੱਗਾਂ ਲੈਂਦੀਆਂ ਤੇ ਉਹ ਬੰਦੇ ਤੁਹਾਡੇ ਨਾਲ ਖਲੋਂਦੇ ਨੇ। ਉਸ ਕਰਕੇ ਤੁਹਾਡੀ ਇੱਜ਼ਤ ਹੈ, ਵਰਨਾ ਤੁਸੀਂ ਤਾਂ ਕੌਡੀਆਂ ਤੇ ਪਾ ਦੇ ਵਿਕੋਗੇ ਤੁਸੀਂ ਲੋਕ ਇੱਥੇ। ਬਿਲਕੁਲ ਖਹਿਰਾ ਸਾਹਿਬ, ਕੁਝ ਸੰਸਥਾਵਾਂ ਜਥੇਬੰਦੀਆਂ ਇਹਨਾਂ ਮਸਲਿਆਂ ਦੇ ਬਹੁਤ ਐਕਟਿਵ ਹੋ ਕੇ ਕੰਮ ਕਰਦੀਆਂ, ਉਹਨਾਂ ਨੇ ਕੇਸ ਵੀ ਝੱਲੇ ਆ, ਬਹੁਤ UAPA ਤੱਕ ਦੀਆਂ ਧਾਰਾਵਾਂ ਲਾਈਆਂ ਗਈਆਂ ਨੇ, ਤਸ਼ੱਦਦ ਵੀ ਚੱਲੇ ਆ, ਪੁਲਿਸ ਨੇ ਇੰਨਾ ਤਸ਼ੱਦਦ ਕੀਤਾ ਵੀ ਤੁਰ ਵੀ ਨਹੀਂ ਸਕਦੇ ਕਈ ਜਿਹੜੇ ਸਾਡੇ ਆਗੂ ਆ। ਤਾਂ ਹੁਣ ਜਿੱਦਾਂ ਇੱਕ ਬੀਬੀ ਦੀ ਮੈਂ ਗੱਲ ਕੀਤੀ ਵੀ ਦਿੱਲੀ ਦੇ ਵਿੱਚ ਉਹ ਟੈਸਟ ਦੇਣ ਗਈ ਹੈ, ਹੁਣ ਉਹਨਾਂ 'ਤੇ ਮਾਨਸਿਕ ਤੌਰ ਤੇ ਕਿਸ ਤਰ੍ਹਾਂ ਦਾ ਅਸਰ ਹੋਊਗਾ, ਉਹ ਇਸ ਮੁਲਕ ਨੂੰ, ਇਸ ਸਿਸਟਮ ਨੂੰ ਕਿੰਨਾ ਕੁ ਪਿਆਰ ਕਰੂਗੀ ਔਰ ਕੀ ਉਮੀਦ ਰੱਖੂਗੀ ਵੀ ਮੈਂ ਇੱਕ ਟੈਸਟ ਦੇਣ ਜਾ ਰਹੀ ਹਾਂ, ਇੱਕ ਛੋਟਾ ਜਿਹਾ ਲੋਹੇ ਦਾ ਕੜਾ ਜਿਹੜਾ ਪਾਇਆ ਹੋਇਆ ਗੋਲ, ਉਹਨਾਂ ਤੋਂ ਕੀ ਡਰ ਆ, ਬਲਕਿ ਉਹ ਮਾਨਸਿਕ ਗੁਲਾਮੀ ਦੇ ਵਿੱਚ ਸਾਨੂੰ ਰੰਗਣਾ ਚਾਹੁੰਦੇ ਆ। ਦੇਖੋ ਇਹ ਤਾਂ ਬੜੀ ਛੋਟੇ ਪੱਧਰ ਦੀ ਗੱਲ ਹੈ। ਜਦੋਂ ਹਜ਼ਾਰਾਂ ਦੀ ਗਿਣਤੀ ਦਿੱਲੀ ਬੰਦੇ ਮਾਰਤੇ, ਸਿੱਖ ਮਾਰਤੇ ਸੀ, ਤੇ ਅੱਜ 36 ਸਾਲ ਹੋ ਗਏ ਨੇ, ਕਿੰਨਿਆਂ ਨੂੰ ਸਜ਼ਾ ਹੋ ਗਈ ਹੈ। 2002 ਦੇ ਵਿੱਚ ਮੁਸਲਮਾਨ ਭਜਾ ਕੇ ਮਾਰੇ ਸੀ, ਕਿੰਨਿਆਂ ਨੂੰ ਸਜ਼ਾ ਹੋ ਗਈ ਹੈ। ਉਹ ਤਾਂ ਮਜ਼ਾਕ ਬਣਾਇਆ ਹੋਇਆ ਉਹਨਾਂ ਨੇ ਦਿਖਾ ਦਿੱਤਾ ਕਿ ਤੁਹਾਡੀ ਇਹ ਕੰਟਰੀ ਨਹੀਂ, ਤੁਸੀਂ ਬਹੁਤ ਗਿਣਤੀ ਦੇ ਅੱਗੇ ਤੁਸੀਂ ਝੁੱਕ ਕੇ ਰਹਿਣਾ ਹੈ। ਸਾਨੂੰ ਡੇਲੀ ਡੇ ਬਾਈ ਡੇ ਸਾਨੂੰ ਉਹ ਇੱਕ ਮੈਸੇਜ ਦਿੰਦੇ ਨੇ ਕਿ ਤੁਸੀਂ ਬੰਦੇ ਬਣ ਜਾਓ,
ਤੁਸੀਂ ਜੇ ਇੱਥੇ ਰਹਿਣਾ ਹੈ ਤੇ ਧੌਣ ਨੀਵੀਂ ਕਰਕੇ ਚੱਲੋ। ਉਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ। ਸਾਡੇ ਜਿਹੜੇ ਥੋੜੇ ਜਿਹੇ ਸਿੱਖ ਹੈਗੇ ਨੇ, ਜਥੇਬੰਦੀਆਂ ਨੇ, ਜਿਨ੍ਹਾਂ ਦਾ ਮੈਂ ਨਾਮ ਹੀ ਲਊਂਗਾ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਾਂ ਹੋਰ ਵੀ ਕਈ ਹੈਗੇ ਨੇ, ਜਿਨ੍ਹਾਂ ਦੇ ਕਰਕੇ ਇਹ ਅਸੀਂ ਮਾੜਾ ਮੋੜ ਪੰਜਾਬ 'ਚ ਮਾੜਾ ਮੋੜ ਸਾਨੂੰ ਸਾਹ ਲੈਣ ਜੋਗੇ ਹੈਗੇ ਆ। ਹੋਰ ਤੁਹਾਡੇ ਸਿੱਖ ਲੀਡਰਾਂ ਕਰਕੇ ਨਹੀਂ, ਇਹਦਾ ਸਿਰੇ ਦੇ ਵਿਕਾਊ ਵਿਕਾਊ ਹੈ। ਤਾਂ ਇੱਕ ਜਾਂਦੇ ਜਾਂਦੇ ਮੈਨੂੰ ਗੱਲ ਯਾਦ ਆਉਂਦੀ ਵੀ ਖਹਿਰਾ ਸਾਹਿਬ ਸਿੱਖਾਂ ਦਾ ਰਾਜ ਆਇਆ। ਅੱਜ ਵੀ ਸਿੱਖ ਜਦੋਂ ਜਿਨ੍ਹਾਂ ਕੋਲ ਕੋਈ 4 ਪੈਸੇ ਆ ਜਾਂ ਜਿੱਥੇ ਤਾਕਤ ਆ, ਸਿੱਖ ਜਿੱਦਾਂ ਸਾਡੀਆਂ ਸੰਸਥਾਵਾਂ ਹੈਗੀਆਂ, ਖਾਲਸਾ ਏਡ ਹੈ, ਯੂਨਾਈਟਿਡ ਸਿੱਖਸ ਹੈ, ਜਾਂ ਹੋਰ ਜਿਹੜੀਆਂ ਜਥੇਬੰਦੀਆਂ, ਜਿੱਥੇ ਇਹਨਾਂ ਦੀ ਪਹੁੰਚ ਆ, ਵਰਦੇ ਬੰਬਾਂ ਦੇ ਵਿੱਚ ਵੀ ਗੁਰੂ ਘਰ ਲੰਗਰ ਦਿੰਦੇ ਆ, ਬੱਚੀਆਂ ਦੀਆਂ ਪੱਤਾਂ ਦੇ ਉੱਤੇ ਕੱਪੜੇ ਦਿੰਦੇ ਆ, ਬੱਚੀਆਂ ਦੀਆਂ ਪੱਤਾਂ ਢੱਕਦੇ ਆ। ਤਾਂ ਜਦੋਂ ਅਬਦਾਲੀ ਕੋਲ ਰਾਜ ਆਇਆ, ਉਹਨੇ ਅਕਾਲ ਤਖਤ ਸਾਹਿਬ ਢਾਇਆ, ਹਰਮੰਦਰ ਸਾਹਿਬ ਦਾ ਸਰੋਵਰ ਪੂਰਿਆ। ਮੱਸੇ ਰੰਗੜ ਦਾ ਸਮਾਂ ਆਇਆ, ਉਹਨੇ ਕੰਜਰੀਆਂ ਨਚਾਈਆਂ। ਅੰਗਰੇਜ਼ਾਂ ਕੋਲ ਸਮਾਂ ਆਇਆ, ਉਹਨਾਂ ਨੇ ਦਰਬਾਰ ਸਾਹਿਬ ਨੂੰ ਢਾਉਣ ਦੀ ਕੋਸ਼ਿਸ਼ ਕੀਤੀ, ਦਰਬਾਰ ਸਾਹਿਬ ਨੂੰ ਚਰਚ ਬਣਾਉਣ ਦੀ ਕੋਸ਼ਿਸ਼ ਕੀਤੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਖਤਮ ਹੋਇਆ, ਉਹਨਾਂ ਨੇ ਕੈਥੋਲਿਕ ਟਾਵਰ ਬਣਾਇਆ। ਤੇ ਜਦੋਂ ਇਹਨਾਂ ਬਾਹਮਣਾਂ ਕੋਲ ਰਾਜ ਆਇਆ, ਇੰਦਰਾ ਕੋਲ ਰਾਜ ਆਇਆ, ਉਹਨੇ ਸ਼੍ਰੀ ਅਕਾਲ ਤਖਤ ਸਾਹਿਬ ਢਾਇਆ। ਸਿੱਖਾਂ ਕੋਲ ਰਾਜ ਆਇਆ, ਉਹਨਾਂ ਨੇ ਇਹਨਾਂ ਦੀਆਂ ਵੀ ਪੱਤਾਂ ਦੀ ਜਿਹੜੀ ਰਾਖੀ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਬਲਾਤਕਾਰ ਨਹੀਂ ਹੋਇਆ, ਕੋਈ ਬੇਗੁਨਾਹ ਦਾ ਕਤਲ ਨਹੀਂ ਹੋਇਆ, ਕਿਸੇ ਨਾਲ ਧੱਕਾ ਨਹੀਂ ਹੋਇਆ। ਤਾਂ ਇਹ ਸਾਡੇ ਰਾਜ ਦੀ ਕਿੱਡੀ ਵੱਡੀ ਉਦਾਹਰਨ ਆ। ਔਰ ਹੁਣ ਇਹ ਰਾਜ ਕਰੇਗਾ ਖਾਲਸਾ ਦਾ ਜਿਹੜਾ ਟੱਪਾ ਹੀ ਤੁਹਾਨੂੰ ਤੁਸੀਂ ਦਿਖਾਇਆ ਵੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਂਗੇ ਮੌਜ, ਨਿਹੰਗ ਸਿੰਘ ਅਜੇ ਵੀ ਪੜ੍ਹਦੇ ਆ। ਤਾਂ ਇਹ ਟੱਪਾ ਬਾਹਰੋਂ ਕੱਢ ਕੇ ਤੁਹਾਨੂੰ ਲੱਗਦਾ ਵੀ ਸਿੱਖਾਂ ਦੇ ਵਿੱਚ ਉਹ ਰਾਜ ਦੀ ਜਿਹੜੀ ਭਾਵਨਾ ਹੈਗੀ ਆ, ਰਾਜ ਦੀ ਜਿਹੜੀ ਲਾਲਸਾ ਹੈਗੀ ਆ, ਉਹਨੂੰ ਖਤਮ ਕਰ ਸਕਣਗੇ? ਦੇਖੋ, ਤੁਹਾਨੂੰ ਮੈਂ ਦੱਸ ਕੇ ਹਟਿਆ, 1985 ਦੇ ਵਿੱਚ ਇਹੀ ਲਫ਼ਜ਼ ਤਾਂ ਕਹੇ ਸੀ ਕੱਟੜ ਬੰਦੇ ਨੇ। ਉਹਨਾਂ ਨੇ ਕਿਹਾ ਸੀ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਕਹਿੰਦੇ ਇਹਨਾਂ ਦੀ ਜੀਭ ਵੱਢਦੇ ਇਹੋ ਜਿਹੇ ਬੰਦਿਆਂ ਦੀ। ਦੱਸੋ ਤੁਸੀਂ ਮੈਨੂੰ, ਸਿੱਖ ਤੁਹਾਡੇ ਲਈ ਇੰਨਾ ਚੰਗਾ ਸੋਚਦਾ, ਪਰ ਸਾਨੂੰ ਐਗਜ਼ਾਮਪਲ ਲੈਣੀ ਚਾਹੀਦੀ ਹੈ। ਜਿਸ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਹੜੇ ਧਰਮ ਦੀ ਰੱਖਿਆ ਕੀਤੀ ਤੇ ਸੰਨ 84 ਚ ਉਹਨਾਂ ਬੰਦਿਆਂ ਨੇ ਉੱਠ ਕੇ ਉੱਥੇ ਅੱਗ ਲਾਈ ਤੇ ਰੇਪ ਕੀਤੇ ਸੀ, ਤੁਸੀਂ ਕਿਹਨਾਂ ਦੀ ਗੱਲ ਕਰਦੇ ਹੋ? ਆਪਾਂ ਤਾਂ ਕੁਝ ਕੀਤਾ ਹੀ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਨੇ ਤਾਂ ਕੁਰਬਾਨੀ ਐਡੀ ਵੱਡੀ ਦਿੱਤੀ, ਇੱਕ ਧਰਮ ਹੀ ਵਿਚਾਲਿਆ ਚੁੱਕੇ ਇਹਨਾਂ ਦਾ। ਇਹਨਾਂ ਤੇ ਜੋ ਇਹਨਾਂ ਤੇ ਜ਼ੁਲਮ ਹੁੰਦਾ ਸੀ, ਉਹ ਜ਼ੁਲਮ ਖਤਮ ਕਰਤਾ। ਤੇ ਜਦ ਇਹਨਾਂ ਨੇ ਅੱਗ ਲਾਈ ਸੀ, ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਗੁਰਦੁਆਰੇ ਨੂੰ ਅੱਗ ਲਾਈ ਸੀ। ਸੋ ਅਹਿਸਾਨ ਫਰਮੋਸ਼ ਲੋਕ ਨੇ, ਇਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ। ਇਹਨਾਂ ਦੇ ਵਿੱਚ ਜੇ ਕੋਈ ਚੰਗੇ ਲੋਕ ਹੈਗੇ ਨੇ, ਉਹਨਾਂ ਨੂੰ ਖੁਦ ਨੂੰ ਵੀ ਇਹਨਾਂ ਦੀ ਵਿਰੋਧਤਾ ਕਰਨੀ, ਕਿਉਂਕਿ ਗੁਰੂ ਦਰਬਾਰ ਦੇ ਵਿੱਚ ਬਹੁਤ ਸਾਰੇ ਹਿੰਦੂ ਪਰਿਵਾਰਾਂ ਦੇ ਵਿੱਚੋਂ ਪਿਆਰ ਜਿਹੜੇ ਬੜੇ ਗੁਰੂ ਪਾਤਸ਼ਾਹ ਦੇ ਸਤਿਕਾਰ ਵਾਲੇ ਹੋਏ ਨੇ। ਤਾਂ ਉਹਨਾਂ ਚੰਗੇ ਲੋਕਾਂ ਨੂੰ ਅੱਜ ਵੀ ਜਿਹੜੀ ਲਾਈਨ ਖਿੱਚ ਕੇ ਕਹਿਣਾ ਚਾਹੀਦਾ ਵੀ ਤੁਸੀਂ ਇਸ ਧਰਮ ਦੀ ਵਿਰੋਧਤਾ ਕਰ ਰਹੇ ਹੋ, ਜਿਸ ਪਾਤਸ਼ਾਹ ਨੇ ਪੰਡਤਾਂ ਦੀ ਕਸ਼ਮੀਰ ਚੋਂ ਆਏ ਸੀ ਪੰਡਤ, ਗੱਲ 'ਚ ਪੱਲਾ ਪਾ ਕੇ ਸਾਡੀਆਂ ਬੱਚੀਆਂ ਦੀ ਇੱਜ਼ਤਾਂ ਰੋਲੀਆਂ ਜਾ ਰਹੀਆਂ ਨੇ, ਸਵਾ ਮਨ ਜਨੇਊ ਸਾਡਾ ਲਾਇਆ ਜਾ ਰਿਹਾ, ਸਾਡਾ ਕਤਲੇਆਮ ਹੁੰਦਾ, ਗੁਰੂ ਪਾਤਸ਼ਾਹ ਨੇ ਆਪਣਾ ਸੀਸ ਵਾਰਿਆ। ਤਾਂ ਅੱਜ ਵੀ ਉਹਨਾਂ ਨੂੰ ਲੀਕ ਖਿੱਚ ਕੇ ਸ਼ਰੇਆਮ ਕਹਿਣਾ ਚਾਹੀਦਾ ਵੀ ਅਸੀਂ ਇਸ ਕੌਮ ਦੀ ਜਿਹੜੀ ਇਹ ਬੇਪਤੀ ਹੁੰਦੀ ਨਹੀਂ ਵੇਖ ਸਕਦੇ। ਦੇਖੋ, ਸਾਰੇ ਹਿੰਦੂ ਮਾੜੇ ਨਹੀਂ ਆਪਾਂ ਕਹਿ ਸਕਦੇ, ਆਪਾਂ ਇਕੱਲੇ RSS ਤੇ ਕਰਾਂਗੇ, ਕਿਉਂਕਿ RSS ਜਿਹੜੀ ਹੈ ਇੱਕ ਤਰ੍ਹਾਂ ਦੀ ਪਹਿਲੋਂ ਇਹ ਆਰੀਆ ਸਮਾਜ ਦੇ ਵਿੱਚ ਸੀ, ਉਸ ਤੋਂ ਪਹਿਲਾਂ ਕਿ 1875 ਦੇ ਇਹਨਾਂ ਦੀ ਐਂਟਰੀ ਹੁੰਦੀ ਹੈ ਪੰਜਾਬ ਦੇ ਵਿੱਚ। ਤੇ ਉਸ ਤੋਂ ਬਾਅਦ ਇਹ ਸਾਜ਼ਿਸ਼ ਜਿਹੜੀ ਸਿੱਖਾਂ ਦੇ ਖਿਲਾਫ ਸ਼ੁਰੂ ਹੋ ਚੁੱਕੀ ਹੈ। ਸਾਰੇ ਹਿੰਦੂ ਮਾੜੇ ਨਹੀਂ ਸਾਡੇ ਖਿਲਾਫ, ਹਿੰਦੂ ਸਾਡੇ ਨਾਲ ਵਧੀਆ ਵਰਤ ਰਹੇ ਨੇ, ਬੜੇ ਗੁਰੂ ਘਰ ਵੀ ਜਾਂਦੇ ਨੇ, ਰਿਸਪੈਕਟ ਵੀ ਕਰਦੇ ਨੇ। ਪਰ ਮੈਂ ਕਹੂੰਗਾ ਮੇਨ RSS ਜਿਹੜੀ ਸਿੱਖਾਂ ਦੇ ਤੇ ਮੁਸਲਮਾਨਾਂ ਦੇ ਅਗੇਂਸਟ ਹੈ, ਜਿਹੜੀ ਸਾਨੂੰ ਦੋ ਫੜ ਕਰ ਰਹੀ ਹੈ। ਤੇ ਸ਼ਾਇਦ ਜਿੰਦਾ ਮੇਰੇ ਦੇਖਣ 'ਚ ਰਿਜ਼ਲਟ ਬਹੁਤ ਭਿਆਨਕ ਆਊਗਾ ਜੇ ਇਹ ਵਾਪਸ ਨਾ ਮੁੜੇ ਤਾਂ। ਬਿਲਕੁਲ। ਤਾਂ ਆਉਣ ਵਾਲਾ ਸਮਾਂ ਜਿਹੜਾ ਹੈਗਾ, ਕੁਝ ਕਹਿੰਦੇ ਵੀ ਫਲਾਣੀ ਥਾਂ ਜੀ ਪੋਸਟਰ ਲੱਗ ਗਏ ਜੀ, ਉੱਥੇ ਫਲੈਕਸ ਪਾੜ ਤੇ ਜੀ ਸ਼ਰਾਰਤੀ ਲੋਕ ਹੈ। ਤਾਂ ਇਹ ਐਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਸ਼ਰਾਰਤੀ ਲੋਕ ਕਿਉਂ ਨਹੀਂ ਦਿਸਦੇ ਪ੍ਰਸ਼ਾਸਨ ਨੂੰ? ਜੇਲ੍ਹਾਂ, ਅਦਾਲਤਾਂ, ਥਾਣਿਆਂ ਨੂੰ ਕਿਉਂ ਨਹੀਂ ਦਿਸਦੇ? ਐਡਾ ਵੱਡਾ ਅਹੁਦਾ ਮੋਹਨ ਭਾਗਵਤ ਜਿਹੜਾ RSS ਦਾ ਮੁਖੀ ਹੈ, ਉਸ ਤੋਂ ਵੱਡਾ ਸ਼ਰਾਰਤੀ ਕੌਣ ਹੈ ਜਿਹੜਾ ਇਹ ਕਹਿ ਰਿਹਾ ਵੀ ਭਾਰਤ ਦੇ ਵਿੱਚ ਪੈਦਾ ਹੋਣ ਵਾਲਾ ਹਰ ਨਾਗਰਿਕ ਹਿੰਦੂ ਹੈ? ਕਿਸੇ ਦੇ ਜੀਨਸ ਤੇ ਵਾਰ ਕਰਨਾ ਇਸ ਤੋਂ ਵੱਡਾ ਕੌਣ ਹੈ? ਇਸ ਤੋਂ ਵੱਡਾ ਸ਼ਰਾਰਤੀ ਕੌਣ ਹੋ ਸਕਦਾ? ਤਾਂ ਲੋਕਾਂ ਦਾ, ਦੇਸ਼ ਪੰਜਾਬ ਦੇ ਲੋਕਾਂ ਦਾ, ਜਾਂ ਜੋ ਭਾਰਤ ਦੇ ਹੋਰ ਰਾਜਾਂ ਜਿਹੜੇ ਲੋਕ ਰਹਿੰਦੇ ਆ, ਉਹਨਾਂ ਦਾ ਜੇ ਕਾਨੂੰਨ ਦੇ ਉੱਤੇ ਭਰੋਸਾ ਬਣਾਏ ਰੱਖਣਾ, ਤਾਂ ਅਦਾਲਤਾਂ ਨੂੰ, ਜੇਲ੍ਹਾਂ, ਅਦਾਲਤਾਂ, ਥਾਣਿਆਂ ਨੂੰ ਸਖਤ ਜਿਹੜੇ ਹੈ ਉਹ ਨੋਟਿਸ ਲੈਣੇ ਪੈਣਗੇ। ਸਿੱਖਾਂ ਦੀ ਅਰਦਾਸ ਤੋਂ ਅਸੀਂ ਗੱਲ ਸ਼ੁਰੂ ਕੀਤੀ ਸੀ। ਬੀਤੇ ਦਿਨਾਂ ਦੇ ਵਿੱਚ ਕਈ ਥਾਈਂ ਅਰਦਾਸ ਦੀ ਬੇਅਦਬੀ ਕੀਤੀ ਗਈ ਹੈ, ਜਾਣ ਬੁੱਝ ਕੇ ਕੀਤੀ ਗਈ ਹੈ, ਕੋਈ ਭੁੱਲ ਭੁਲੇਖੇ ਨਹੀਂ ਹੈਗਾ ਤੇ ਕੁਦਰਤੀ ਹੋ ਗਿਆ ਜੀ। ਔਰ ਉਹਨਾਂ ਲੋਕਾਂ ਦੀ ਹਾਜ਼ਰੀ 'ਚ ਕੀਤੀ ਗਈ ਹੈ ਜਿਹੜੇ ਮੌਜੂਦਾ ਤੌਰ ਤੇ ਕਹਿੰਦੇ ਵੀ ਅਸੀਂ ਬੜੇ ਚੰਗੇ ਹਾਂ ਜੀ, ਪੰਜਾਬ ਦਾ ਵਾਰਸ ਕੈਪਟਨ ਅਮਰਿੰਦਰ ਸਿੰਘ। ਪੰਜਾਬ ਦੇ ਵਾਰਸ ਤੁਸੀਂ ਨਹੀਂ ਹੋ, ਪੰਜਾਬ ਦੇ ਵਾਰਸ ਉਹ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਦੇਸ਼ ਪੰਜਾਬ ਦੇ ਹੱਕਾਂ ਦੀ ਖਾਤਰ ਸਜ਼ਾਵਾਂ ਕੱਟ ਰਹੇ ਨੇ। ਜਾਂਦੇ ਜਾਂਦੇ ਇੱਕ ਲਾਈਨ ਜਿਹੜੀ ਕਿ ਪ੍ਰੋਫੈਸਰ ਪੂਰਨ ਸਿੰਘ ਦੀ ਕਈ, ਤੂੰ ਬੋੜੀ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ, ਇਹ ਸੁਪਨਾ ਪੂਰੀ ਆਨੰਦ ਦਾ, ਇਹ ਬੜਾ ਦੁਰਾਡਾ, ਸਿੱਖਾਂ ਦਾ ਰਾਜ ਆਏਗਾ ਜਦੋਂ ਆਪਣਾ ਰਾਜ ਹੋਵੇ। ਤੇ ਸਿੱਖ ਕਿਸ ਤਰ੍ਹਾਂ ਰਾਜ ਕਰਦੇ ਆ, ਅਸੀਂ ਪੁਰਾਣੀ ਉਦਾਹਰਨ ਕੱਢ ਕੇ ਮਹਾਰਾਜਾ ਰਣਜੀਤ ਸਿੰਘ ਦੀ ਦੇਖ ਸਕਦੇ ਹਾਂ। ਫਿਰ ਵੱਟਾ ਵੀ ਵੱਜ ਜਾਵੇ ਤਾਂ ਬੱਚਿਆਂ ਦੀ ਖੁਸ਼ੀ ਦੇ ਵਾਸਤੇ ਉਹ ਕਦੇ ਮੱਥੇ ਵੱਟ ਨਹੀਂ ਪਾਉਂਦਾ, ਉਹ ਇੱਕ ਅੱਖ ਦੇ ਨਾਲ ਵੇਖਦਾ ਹੈ, ਚਾਹੇ ਅਮੀਰ ਹੈ ਚਾਹੇ ਗਰੀਬ ਹੈ। ਅਜਿਹੇ ਰਾਜ ਦੀ ਸੰਕਲਪ ਨੂੰ ਲੈ ਕੇ, ਅਜਿਹੇ ਰਾਜ ਦੇ ਸੁਪਨੇ ਨੂੰ ਲੈ ਕੇ ਗੁਰੂ ਦਾ ਸਿੱਖ ਚਾਹੇ
ਭੁੱਖਾ ਹੋਵੇ, ਚਾਹੇ ਧਿਆਇਆ ਹੋਵੇ, ਚਾਹੇ ਬੰਬਾਂ ਦੇ ਵਿੱਚ ਖਲੋਤਾ ਹੋਵੇ, ਚਾਹੇ ਰੱਜ ਕੇ ਸੁੱਤਾ ਹੋਵੇ, ਚਾਹੇ ਮਿਨਿਸਟਰੀ ਦੇ ਵਿੱਚ ਹੋਵੇ, ਚਾਹੇ ਐਮਪੀ ਹੋਵੇ, ਚਾਹੇ ਐਮਐਲਏ ਹੋਵੇ, ਚਾਹੇ ਉਹ ਕਿਸੇ ਥਾਂ ਤੇ ਕਿਰਤ ਕਰਦਾ ਹੋਵੇ, ਉਹ ਕਈ ਹੋਵੇ ਹੱਥ ਦੇ ਵਿੱਚ ਸਦਾ ਹੀ ਅਰਦਾਸ ਕਰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸਿੱਖ ਦਾ ਜੀਵਨ ਆ। ਇਸ ਮੁਲਕ ਦੇ ਲੋਕਾਂ ਨੂੰ ਦੇਖਣਾ ਪਊਗਾ ਵੀ ਸਿੱਖਾਂ ਨੇ ਆਪਣਾ ਵਿਹਾਰ ਨਹੀਂ ਛੱਡਣਾ, ਸਿੱਖਾਂ ਨੇ ਆਪਣਾ ਕਿਰਦਾਰ ਨਹੀਂ ਛੱਡਣਾ, ਸਿੱਖਾਂ ਨੇ ਆਪਣਾ ਕਿਰਦਾਰ ਉਸੇ ਤਰ੍ਹਾਂ ਹੀ ਰੱਖਣਾ। ਪਰ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ। ਦੁਨੀਆ ਦੇ ਮੁਲਕਾਂ ਦੇ ਵਿੱਚ ਇਸ ਵਕਤ ਸਿੱਖਾਂ ਨੇ ਆਪਣੀ ਪਛਾਣ ਨਿਆਰੀ ਬਣਾਈ ਹੈ। ਸੀਰੀਆ ਜਿੱਥੇ ਬੰਬਾਂ ਦਾ ਮੀਂਹ ਪੈਂਦਾ ਹੈ, ਉੱਥੇ ਵੀ ਗੁਰੂ ਕੇ ਜਿਹੜੇ ਸਿੱਖ ਆ ਗੁਰੂ ਕਾ ਲੰਗਰ ਲਾ ਰਹੇ ਆ, ਉਹਨਾਂ ਦੀਆਂ ਪੱਤਾਂ ਬਚਾ ਰਹੇ ਆ, ਉਹਨਾਂ ਦੀਆਂ ਜਿਨਸਾਂ ਬਚਾ ਰਹੇ ਨੇ। ਤਾਂ ਇਹ ਕਦੇ ਖਤਮ ਹੋਣ ਵਾਲੇ ਨਹੀਂ। ਪਰ ਇਤਿਹਾਸ ਜਦੋਂ ਲਿਖਿਆ ਜਾਊਗਾ ਉਦੋਂ ਇਹ ਜ਼ਰੂਰ ਲਿਖਿਆ ਜਾਊਗਾ ਵੀ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਕਹਿਣ ਵਾਲੇ, ਸੀਐਮ ਦੀ ਕੁਰਸੀ ਦੇ ਉੱਤੇ ਬੈਠੇ ਹੋਏ ਪੰਜਾਬ ਦੇ ਵੱਡੇ ਮੰਤਰੀ ਪਿੱਛੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾ ਲੈਣ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨਹੀਂ ਬਣਿਆ ਜਾਣਾ। ਇੱਥੇ ਖੁਦ ਆਪਾ ਵਾਰਨਾ ਪਊਗਾ। ਫਿਰ ਜਰਨੈਲ ਸਿੰਘ ਵਰਗੇ ਆਗੂ ਬਣਨੇ ਪੈਣਗੇ, ਹਰੀ ਸਿੰਘ ਨਲੂਏ ਵਰਗੇ ਜਰਨੈਲ ਪੈਦਾ ਕਰਨੇ ਪੈਣਗੇ। ਜੇ ਤੁਹਾਡੇ ਰਾਜ ਦੇ ਵਿੱਚ ਕੋਈ ਹਰੀ ਸਿੰਘ ਨਲੂਏ ਦੇ ਰਾਹ ਤੇ ਤੁਰ ਰਿਹਾ, ਕੋਈ ਭਗਤ ਪੂਰਨ ਸਿੰਘ ਦੇ ਰਾਹ ਤੇ ਤੁਰ ਰਿਹਾ, ਕੋਈ ਜਿਹੜਾ ਕਿ ਭਾਈ ਕਨ੍ਹਈਆ ਦੇ ਰਾਹ ਤੇ ਤੁਰ ਰਿਹਾ, ਤਾਂ ਉਹਦਾ ਸਤਿਕਾਰ ਕਰੋ, ਬਲਕਿ ਉਹਨਾਂ ਤੇ UAPA ਦੇ ਕੇਸ ਪਾ ਕੇ ਜੇਲ੍ਹਾਂ 'ਚ ਨਾ ਧੱਕੋ। ਹੋਰ ਤੁਸੀਂ ਜਾਂਦੇ ਜਾਂਦੇ ਖਹਿਰਾ ਸਾਹਿਬ ਕੀ ਕਹਿਣਾ ਚਾਹੁੰਦੇ? ਬਸ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ। ਜੇ ਅਸੀਂ ਇਕੱਠੇ ਨਾ ਹੋਏ ਤਾਂ ਸਾਡੀ ਇੰਨੀ ਜਿੰਨੀ ਗੁਰੂ ਘਰ ਦੀ ਬੇਅਦਬੀ ਹੋ ਰਹੀ ਦਿਨੋਂ ਦਿਨ ਵਧਣੀ ਆ। ਹੁਣ ਮੈਂ ਅੱਗੇ ਵੀ ਅਕਾਲ ਤਖਤ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਇਕੱਠੇ ਹੋ ਜਾਈਏ। ਤੁਸੀਂ ਅਕਾਲ ਤਖਤ ਸਾਹਿਬ ਤੋਂ ਹੁਕਮ ਫਰਮਾਓ ਕਿ ਜਿਹੜੇ ਸਿੱਖ ਇਕੱਠੇ ਹੋਣ, ਇਹਨਾਂ ਦੇ ਖਿਲਾਫ ਐਕਸ਼ਨ ਲਓ। ਜਿੱਥੇ ਕੋਈ ਅਰਦਾਸ ਦਾ ਮਾਮਲਾ ਆਉਂਦਾ, ਜਿੱਥੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਉਂਦੀ ਹੈ, ਸਾਰੀ ਸੰਗਤ ਉੱਥੇ ਇਕੱਠੀ ਹੋਵੇ ਤੇ ਉਹਨਾਂ ਦੇ ਖਿਲਾਫ ਐਕਸ਼ਨ ਹੋਵੇ, ਤਾਂ ਰੁਕੇਗਾ, ਵਰਨਾ ਸਾਡਾ ਜਿਉਣਾ ਆਰਾਮ ਹੋ ਗਿਆ ਇਸ ਕੰਟਰੀ 'ਚ। ਬਿਲਕੁਲ। ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਤੇ ਸਰਵਉੱਚ ਅਦਾਲਤ ਉਹੀ ਆ। ਉਸ ਅਦਾਲਤ ਤੋਂ ਬਹੁਤ ਅਹਿਮ ਫੈਸਲੇ ਕੀਤੇ ਗਏ ਆ ਔਰ ਉਹਨਾਂ ਫੈਸਲਿਆਂ ਨੂੰ ਗੁਰੂ ਕੇ ਸਿੱਖ ਜਿਹੜੇ ਆ ਪਿਆਰ ਵਾਲੇ, ਉਹ ਜਾਨ ਤੋਂ ਵੱਧ ਪਿਆਰ ਕਰਦੇ ਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਕਿ ਝੂਠ ਸੱਚ ਦੇ ਫੈਸਲੇ ਬਹੁਤ ਕਮਾਲ ਦੇ ਹੁੰਦੇ ਆ। ਉੱਥੇ ਅਜਿਹੇ ਵੀ ਫੈਸਲੇ ਹੁੰਦੇ ਆ ਕਿ ਗੁਰੂ ਪਾਤਸ਼ਾਹ ਦੇ ਸਿਧਾਂਤ ਅਨੁਸਾਰ ਮੀਰੀ ਤੇ ਪੀਰੀ, ਪਹਿਲਾਂ ਧਰਮ ਫਿਰ ਰਾਜਨੀਤੀ, ਅਜਿਹੇ ਫੈਸਲੇ ਹੋਣ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਉਣ ਵਾਲਾ ਸਮਾਂ ਦੱਸੇਗਾ। ਦੇਖਾਂਗੇ ਵੀ ਜ਼ਰੂਰ ਕਿ ਮੌਜੂਦਾ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਲਾ, ਜਿਨ੍ਹਾਂ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਨੇ ਸਰਬੱਤ ਖਾਲਸਾ 2015 ਦੇ ਵਿੱਚ ਚੁਣਿਆ, ਔਰ ਕਾਰਜਕਾਰੀ ਜਥੇਦਾਰ ਇੱਕ ਪਾਸੇ ਸ਼੍ਰੋਮਣੀ ਕਮੇਟੀ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਦੂਸਰੇ ਪਾਸੇ ਭਾਈ ਧਿਆਨ ਸਿੰਘ ਮੰਡ, ਸਮੁੱਚੀ ਜਿਹੜੀ ਸਿੱਖਾਂ ਦੀ ਆਗੂ ਲੌਬੀ ਹੈ, ਲੀਡਰ ਲੌਬੀ ਹੈ, ਇਹ ਇਹਨਾਂ ਮਸਲਿਆਂ ਦੇ ਉੱਤੇ ਕਿਸ ਤਰ੍ਹਾਂ ਦੀ ਅਗਵਾਈ ਕਰਦੀ ਹੈ, ਕੌਮ ਉਹਨਾਂ ਦੇ ਉੱਤੇ ਪਹਿਰਾ ਜ਼ਰੂਰ ਦੇਵੇਗੀ। ਬਹੁਤ ਬਹੁਤ ਧੰਨਵਾਦ ਖਹਿਰਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।